ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉੱਗੇ ਸਿਆਸੀ ਮਾਹਰ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਮੌਜੂਦ ਨੇ। ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ। ਸਵਾਗਤ ਹੈ ਤੁਹਾਡਾ ਸੇਖੋਂ ਸਾਹਿਬ। ਬਹੁਤ ਸ਼ੁਕਰੀਆ ਜੀ ਸੁਖਵਿੰਦਰ ਜੀ। ਸੇਖੋਂ ਸਾਹਿਬ, ਸਭ ਤੋਂ ਪਹਿਲਾਂ ਜਿਹੜਾ ਸਰਕਾਰ ਕਹਿੰਦੀ ਸੀ ਕਿ ਗਰੰਟੀਆਂ ਤਾਂ ਅਸੀਂ ਪੂਰੀਆਂ ਕਰ ਦੇਣੀਆਂ ਨੇ, ਪਰ ਸਮਾਂ ਦੇ ਦਿਓ। ਅੱਜ 1 ਜੁਲਾਈ ਹੈ ਤੇ ਅੱਜ ਤੋਂ 300 ਯੂਨਿਟ ਮੁਫਤ ਬਿਜਲੀ ਦਾ ਇਹਨਾਂ ਨੇ ਜਿਹੜਾ ਐਲਾਨ ਕੀਤਾ ਸੀ ਉਹ ਸ਼ੁਰੂ ਹੋ ਗਿਆ। ਹਾਲਾਂਕਿ ਨੋਟੀਫਿਕੇਸ਼ਨ ਜਾਂ ਸਰਕੂਲਰ ਕੋਈ ਨਹੀਂ ਆਇਆ, ਪਰ ਚਲੋ ਮੁੱਖ ਮੰਤਰੀ ਸਾਹਿਬ ਨੇ ਵੀ ਟਵੀਟ ਕਰਤਾ, ਹਰਜੋਤ ਬੈਂਸ ਹੋਰਾਂ ਨੇ ਕਰਤਾ, ਬਿਜਲੀ ਮੰਤਰੀ ਨੇ ਕਰਤਾ। ਲੋਕਾਂ ਨੂੰ ਥੋੜਾ ਜਿਹਾ ਇਹ ਹੋ ਗਿਆ ਕਿ ਠੀਕ ਹੈ 300 ਯੂਨਿਟ ਦੇਣਗੇ, ਜਦੋਂ ਬਿੱਲ ਆਊਗਾ ਲੱਗ ਜੂਗਾ ਪਤਾ। ਪਰ ਇਹ ਨਾਲੋਂ ਨਾਲ ਗੱਲ ਫਿਰ ਖਰਚਿਆਂ ਦੀ ਆ ਜਾਂਦੀ ਹੈ। ਅੱਗੇ ਇਹਨਾਂ ਨੇ ਕਿਹਾ ਕਿ 21,000 ਰੁਪਇਆ ਜਿਹੜਾ ਔਰਤਾਂ ਨੂੰ ਦੇਣਾ ਆ, ਉਹ ਵੀ ਅਸੀਂ ਉਹਦੀ ਵੀ ਤਿਆਰੀ ਕਰ ਰਹੇ ਹਾਂ। ਦਿਓ, ਜ਼ਰੂਰ ਦੇਣਾ ਚਾਹੀਦਾ, ਪਰ ਸਵਾਲ ਖਜ਼ਾਨੇ ਦੇ ਉੱਤੇ ਆਉਂਦਾ ਹੈ ਕਿ ਤੁਸੀਂ ਬੋਝ ਤੇ ਬੋਝ ਪਾਈ ਜਾ ਰਹੇ ਹੋ। ਮੇਰੇ ਖਿਆਲ ਆ ਕਿ ਠੀਕ ਹੈ, ਇਹਨਾਂ ਨੇ ਪ੍ਰੋਮਿਸ ਕੀਤਾ ਜਿਹੜਾ ਸੀ ਇਲੈਕਸ਼ਨ ਦੇ ਵਿੱਚ ਕੀਤਾ 300 ਯੂਨਿਟ, ਔਰ ਜੋ ਇਹਨਾਂ ਨੇ ਦਿੱਲੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਹ 300 ਯੂਨਿਟ ਵਾਲੀ ਇੱਕ ਇਹਨੂੰ ਐਜ਼ ਏ ਪਾਲਿਸੀ ਯੂਜ਼ ਕਰਕੇ ਉੱਥੇ ਲੋਕਾਂ ਨੂੰ ਸੈਕੰਡ ਟਾਈਮ ਥਰਡ ਟਾਈਮ ਜਿਹੜੀ ਹੈਗੀ ਆ ਉਹ ਲੋਕਾਂ ਕੋਲ ਵੋਟ ਹਾਸਲ ਕੀਤੀ ਆ। ਇਹ ਆਮ ਲੋਕਾਂ ਦੀ ਜ਼ਿੰਦਗੀ ਦੇ ਉੱਤੇ ਤਾਂ ਇਹਦਾ ਅਸਰ ਪੈਂਦਾ, ਸਧਾਰਨ ਲੋਕਾਂ ਦੀ ਜ਼ਿੰਦਗੀ ਦੇ ਉੱਤੇ। ਪਰ ਇਹ ਸਾਰੀਆਂ ਸਕੀਮਾਂ ਜਿਹੜੀਆਂ ਜਿੱਦਾਂ ਦਿੰਦੇ ਆ ਕਿ ਇਹਨੂੰ ਸਾਰਿਆਂ ਨੂੰ ਦੇ ਦਿਓ, ਮੈਨੂੰ ਲੱਗਦਾ ਕਿ ਉਹਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਹੁਤੀ ਸਸਟੇਨੇਬਲ ਨਹੀਂ ਹੋਊਗੀ। ਉਹ ਦੇਖਣ ਦੀ ਲੋੜ ਹੈਗੀ ਆ ਵੀ ਕਿਹੜੇ ਇਹਨੂੰ ਡਿਜ਼ਰਵ ਕਰਦੇ ਆ, ਕਿਹੜੇ ਨਹੀਂ ਡਿਜ਼ਰਵ ਕਰਦੇ। ਦੂਸਰੀ ਗੱਲ ਇਹ ਆ ਕਿ ਇਹਦੀ ਜਿਹੜੀ ਪਾਲਿਸੀ ਅਡਾਪਟ ਕੀਤੀ ਆ ਉਹਦੇ ਨਾਲ ਇਹ ਗੱਲ ਤਾਂ ਹੈਗੀ ਆ ਕਿ ਚੋਰੀ ਰੋਕਣ ਦੀ ਪੋਸੀਬਿਲਿਟੀ ਵੱਧ ਜਾਂਦੀ ਆ, ਜਿਹੜੀ ਆਮ ਤੌਰ ਤੇ ਆਪਾਂ ਦੇਖਦੇ ਹਾਂ ਕੁੰਡੀਆਂ ਪਿੰਡਾਂ 'ਚ ਵੀ ਲੱਗਦੀਆਂ, ਸ਼ਹਿਰਾਂ 'ਚ ਵੀ ਲੱਗਦੀਆਂ ਹਨ। ਦੂਸਰਾ ਇਹ ਆ ਕਿ ਲੋਕੀ ਸੰਜਮ ਦੇ ਨਾਲ ਬਿਜਲੀ ਵਰਤਣਗੇ, ਕਿਉਂਕਿ ਜਦੋਂ 300 ਯੂਨਿਟ ਕ੍ਰਾਸ ਕਰ ਦਿੰਦਾ ਵਾ ਤੇ ਉਹਦੇ ਨਾਲ ਜਿਹੜਾ ਹੈਗਾ ਵਾ ਉਹ ਤੁਹਾਨੂੰ ਫਿਰ ਸਾਰਾ ਉਹਦੀ ਪੇਮੈਂਟ ਕਰਨੀ ਪੈਂਦੀ ਆ। ਤਾਂ ਜੇ ਤਾਂ ਇਹ ਸਕੀਮ ਇਸ ਤਰੀਕੇ ਨਾਲ ਕੰਮ ਕਰਦੀ ਆ ਕਿ ਲੋਕੀ ਜਿਹੜੀ ਹੈਗੀ ਆ ਬਿਜਲੀ ਦੀ ਚੋਰੀ ਰੁਕ ਜਾਊਗੀ। ਵੀ ਕੀ ਲੋੜ ਆ ਚੋਰੀ ਕਰਨ ਦੀ? ਚੋਰੀ ਮਜਬੂਰੀ 'ਚ ਕਰਦਾ ਵਾ ਜਾਂ ਬੰਦੇ ਬਦਮਾਸ਼ੀ 'ਚ ਕਰਦੇ ਆ? ਆਪਾਂ ਪਹਿਲੇ ਸਮੇਂ ਦੇਖਿਆ ਕਿ ਵੱਡੇ ਵੱਡੇ ਡੇਰੇ, ਵੱਡੇ ਵੱਡੇ ਧਨਾੜ, ਵੱਡੇ ਵੱਡੇ ਪੋਲੀਟੀਸ਼ੀਅਨ ਆ ਪੁਲਿਸ ਵਾਲਿਆਂ ਦੇ, ਹੁਣ ਤਾਂ ਸ਼ਾਇਦ ਘਟ ਗਿਆ। ਕੋਈ ਸਮਾਂ ਹੁੰਦਾ ਸੀ ਖਾਸ ਕਰਕੇ ਅੱਤਵਾਦ ਦੇ ਸਮੇਂ ਦੇ ਵਿੱਚ ਕਿ ਆ ਪੁਲਿਸ ਅਫਸਰਾਂ ਦੇ, ਸਿਵਲ ਅਫਸਰਾਂ ਦੇ, ਤੁਸੀਂ ਕਿਸੇ ਵੀ ਇਹਨਾਂ ਦੇ ਏਰੀਆ ਚਲੇ ਜਾਓ, ਲੁਧਿਆਣੇ, ਜਲੰਧਰ, ਅੰਮ੍ਰਿਤਸਰ ਦੇ ਵਿੱਚ ਸਾਰੇ ਦੇ ਸਾਰੇ ਕੁੰਡੀ ਕਨੈਕਸ਼ਨ ਚੱਲਦੇ ਸੀਗੇ। ਹੁਣ ਹੌਲੀ ਹੌਲੀ ਸ਼ਾਇਦ ਘਟ ਗਏ ਹੋਣਗੇ। ਤਾਂ ਇਹ ਜਿਹੜੀ ਹੁਣ ਵੇਖਾਂ ਆਉਣ ਵਾਲੇ ਸਮੇਂ 'ਚ ਵੇਖਾਂਗੇ ਪਾਲਿਸੀ ਕੰਮ ਕਿੱਦਾਂ ਕਰਦੀ ਹੈ ਕਿ ਹੁਣ ਸਾਡੀ ਕੰਜ਼ੰਪਸ਼ਨ ਕਿੰਨੀ ਆ, ਉਹਦੀ ਵੇਸਟੇਜ ਕਿੰਨੀ ਆ, ਉਹਦੀ ਚੋਰੀ ਕਿੰਨੀ ਹੈਗੀ ਆ, ਤੇ ਲੋਕੀ ਕੰਜ਼ਿਊਮ ਕਿੱਦਾਂ ਕਰਦੇ ਆ। ਜੇ ਤਾਂ ਇਹ ਜਿਹੜਾ ਸਿਸਟਮ ਹੈਗਾ ਲੋਕਾਂ ਨੂੰ ਸੰਜਮ ਦੇ ਨਾਲ ਬਿਜਲੀ ਕੰਜ਼ਿਊਮ ਕਰਨ ਵਾਸਤੇ ਪ੍ਰੇਰਿਤ ਕਰਦਾ ਹੈ ਤੇ ਇਹ ਤਾਂ ਪੋਜ਼ਿਟਿਵ ਵੀ ਹੋਊਗਾ ਇਹਦੇ ਨਾਲ। ਪਰ ਇਹ ਕਿੰਨਾ ਲੰਮਾ ਸਮਾਂ ਅੱਗੇ ਚੱਲਦਾ ਹੈ, ਇਸ ਨਾਲ ਕਿਸ ਕਿਸਮ ਦੀਆਂ ਹੋਰ ਸਮੱਸਿਆ ਪੈਦਾ ਹੁੰਦੀਆਂ। ਇਹ ਵੀ ਪਤਾ ਲੱਗਾ ਕਿ ਪਹਿਲੇ ਸਮੇਂ ਦੇ ਵਿੱਚ ਕਈ ਹਜ਼ਾਰ ਲੋਕਾਂ ਨੇ ਜਿਹੜਾ ਹੈਗਾ ਵਾ ਉਹ ਆਪਣੇ ਘਰਾਂ ਦੇ ਵਿੱਚ ਕੰਡੀਸ਼ਨਲ ਮੀਟਰ ਜਿਹੜੇ ਆ ਉਹ ਅਪਲਾਈ ਕਰਦੇ ਆ, ਜਿਹੜੀ ਕਿ ਅਦਰਵਾਈਜ਼ ਇਮੋਰਲ ਵੀ ਹੈਗੀ ਆ। ਪਰ ਕਿਉਂਕਿ ਸਾਡਾ ਤੰਤਰ ਉੱਦਾਂ ਦਾ ਹੈਗਾ ਵਾ, ਜਾਂ ਜਿਸ ਕਿਸਮ ਦੀ ਰਾਜਨੀਤੀ ਹੈਗੀ, ਜੇ ਕਿਸੇ ਨੇ ਮੰਗ ਲਿਆ ਘਰ 'ਚ 2 ਮੀਟਰ ਲਾਤੇ ਜਾਂ ਥੋੜਾ ਅੱਗੇ ਪਿੱਛੇ ਕਰਕੇ ਲਾਤੇ ਤੇ ਉਹਦੇ ਨਾਲ ਫਿਰ ਉਹੀ ਕੰਮ ਸ਼ੁਰੂ ਹੋਊਗਾ ਜਿਹੜਾ ਪਹਿਲੇ ਸਮੇਂ 'ਚ ਹੁੰਦਾ ਸੀਗਾ। ਤਾਂ ਅੱਜ ਇਹਨਾਂ ਦੀ ਗਰੰਟੀ ਸ਼ੁਰੂ ਹੋ ਰਹੀ ਹੈ ਪੰਜਾਬ ਕ੍ਰਾਈਸਿਸ ਦੇ ਵਿੱਚ। ਇੱਕ ਤਾਂ ਪਹਿਲੀ ਗੱਲ, ਸਾਡੇ ਅਸੀਂ ਇੰਨੀ ਬਿਜਲੀ ਪ੍ਰੋਡਿਊਸ ਨਹੀਂ ਕਰਦੇ। ਦੂਸਰਾ ਹੈਗਾ ਕਿ ਇੱਕੇ ਝੱਟੇ ਦੇ ਵਿੱਚ ਸਾਰਿਆਂ ਨੂੰ ਦੇ ਦੇਣਾ, ਉਹ ਵੀ ਉਹਦੇ ਵੇਖਣ ਦੀ ਲੋੜ ਆ ਵੀ ਕਿੰਨਾ ਲੰਮਾ ਚੱਲ ਸਕਦੀ ਆ। ਤੇ ਦੂਸਰਾ ਇਹ ਹੈ ਕਿ ਕਾਂਗਰਸ ਵੀ ਇਹ ਦੇ ਸਮੇਂ ਦੇ ਵਿੱਚ ਜਾਂ ਪਹਿਲਾਂ ਵੀ ਇਹ ਸਮੇਂ 'ਚ ਸਕੀਮ ਚੱਲਦੀ ਸੀਗੀ। ਇਹ ਕੋਈ ਬਹੁਤ ਜ਼ਿਆਦਾ ਮੈਨੂੰ ਨਹੀਂ ਲੱਗਦਾ ਕਿ ਬਹੁਤ ਵੱਡਾ ਅਸਰ ਜਿਹੜਾ ਫਾਈਨੈਂਸਿਸ ਵਾਲੇ ਪਾਸੇ ਨੂੰ ਪਾਉਣ ਵਾਲੇ ਪਾਸੇ ਜਾਊਗਾ। ਪਰ ਇਹ ਹੁਣ ਆਉਣ ਵਾਲਾ ਸਮਝ ਦੱਸੂ ਕਿੱਦਾਂ ਕੈਲਕੂਲੇਟ ਕਰਦੇ ਆ, ਜਾਂ ਕਿੱਦਾਂ ਜਿਹੜੀ ਹੈਗੀ ਆ ਇਹਦੇ ਨਾਲ ਚੋਰੀ ਰੋਕਣ ਦੇ ਵਿੱਚ ਮਦਦ ਮਿਲਦੀ ਆ, ਜਾਂ ਵਾਕਿਆ ਹੀ ਇਹ ਜਿਹੜੇ ਡਿਜ਼ਰਵਿੰਗ ਲੋਕ ਹੈਗੇ। ਕਿਉਂਕਿ ਇਹ ਗੱਲ ਬਹੁਤ ਪੱਕੀ ਹੈਗੀ ਆ ਕਿ ਦਿਹਾਤ ਦੇ ਵਿੱਚ, ਸ਼ਹਿਰਾਂ ਦੇ ਵਿੱਚ ਗਰੀਬ ਬੰਦਿਆਂ ਕੋਲ ਬਿਜਲੀ ਦੇ ਬਿੱਲ ਦੇਣ ਵਾਸਤੇ ਪੈਸੇ ਨਹੀਂ, ਕਿਉਂਕਿ ਪੰਜਾਬ ਇੱਕ ਉਹ ਸਟੇਟ ਆ ਜਿੱਥੇ ਬਿਜਲੀ ਦੂਸਰੀਆਂ ਸਟੇਟਾਂ ਦੇ ਮੁਕਾਬਲੇ ਤੇ ਬਹੁਤ ਜ਼ਿਆਦਾ ਮਹਿੰਗੀ ਆ। ਔਰ ਮਹਿੰਗੀ ਹੋਣ ਦੇ ਨਾਲ ਫਿਰ ਲੋਕਾਂ ਦੇ ਕਨੈਕਸ਼ਨ ਕੱਟੇ ਜਾਂਦੇ ਆ। ਕਨੈਕਸ਼ਨ ਕੱਟਣ ਦੇ ਨਾਲ ਫਿਰ ਕਈ ਹੋਰ ਕਿਸਮ ਦੀਆਂ ਸਮੱਸਿਆ ਸ਼ੁਰੂ ਹੁੰਦੀਆਂ, ਜਿੱਦਾਂ ਮੈਂ ਆਪਾਂ ਗੱਲ ਕੀਤੀ ਆ ਵੀ ਕੁੰਡੀ ਕਨੈਕਸ਼ਨ ਵਾਲੀ ਗੱਲ ਕੀਤੀ ਆ, ਇਹ ਉਹਦੇ ਨਾਲ ਹੁੰਦੀ ਆ। ਤੋ ਇਸ ਕਰਕੇ ਇਹ ਤਾਂ ਆਪਾਂ ਜਦੋਂ 2 ਮਹੀਨੇ ਚੱਲੂਗੀ, 3 ਮਹੀਨੇ ਚੱਲੂਗੀ, ਇਹ ਦੇਖਿਆ ਜਾਊਗਾ ਕਿ ਓਵਰਆਲ ਕੰਜ਼ੰਪਸ਼ਨ ਡੋਮੈਸਟਿਕ ਕਿੰਨੀ ਵੱਧਦੀ ਆ, ਤੇ ਜਾਂ ਇਹਦੇ ਨਾਲ ਰੈਵਨਿਊ ਤੇ ਕਿੰਨਾ ਅਸਰ ਪੈਂਦਾ ਵਾ, ਜਾਂ ਜਿਹੜਾ ਉਹ ਰੈਵਨਿਊ ਆ ਉਹਨੂੰ ਮੈਨੇਜ ਕਰਨ ਵਾਸਤੇ ਇਹ ਕਿਹੜੇ ਕਿਹੜੇ ਤਰੀਕੇ ਅਡਾਪਟ ਕਰਦੇ ਆ। ਜਾਂ ਤਾਂ ਇਹ ਬਹੁਤ ਸਟ੍ਰਿਕਟ ਹੁੰਦੇ ਆ ਕਿ ਜਿੱਥੇ ਖਾਸ ਕਰਕੇ ਬਿਜਲੀ ਚੋਰੀ ਹੁੰਦੀ, ਪਹਿਲੇ ਸਮੇਂ 'ਚ ਇਹਨਾਂ ਨੇ ਕੀਤਾ ਵੀ ਆ। ਇੱਥੇ ਮੇਰੇ ਖਿਆਲ ਡੇਰਾ ਸੀਗਾ ਆਪਣੇ ਤਰਨਤਾਰਨ ਦੇ ਵਿੱਚ, ਬਾਰਡਰ ਦੇ ਵਿੱਚ, ਉਹਨੇ ਆਪਣੇ ਟਰਾਂਸਫਾਰਮਰ ਲਾਇਆ ਸੀਗਾ, ਤੁਸੀਂ ਦੇਖਿਆ ਹੋਣਾ ਪਹਿਲੇ ਸਮੇਂ 'ਚ ਆਇਆ। ਹੋਰ ਵੀ ਬਹੁਤ ਸਾਰਾ ਇਸ ਕਿਸਮ ਦਾ ਸਾਰਾ ਹਿਸਾਬ ਕਿਤਾਬ ਹੈਗਾ, ਕਿਉਂਕਿ ਮੋਟੇ ਤੌਰ ਤੇ ਸਾਡੇ ਲੋਕਾਂ ਨੂੰ ਇਹ ਆਦਤ ਪੈ ਗਈ। ਜਾਂ ਪਹਿਲੇ ਸਮੇਂ ਦੀ ਰਾਜਨੀਤੀ ਇੱਦਾਂ ਰਹੀ ਸੀਗੀ, ਤੁਸੀਂ ਦੇਖਿਆ ਹੋਣਾ ਵੀ ਕਿਸੇ ਪੋਲੀਟੀਕਲ ਬੰਦੇ ਦੇ ਘਰ ਚੱਲ ਜਾਓ, ਅਸੀਂ ਤਾਂ ਇਹ ਵੀ ਦੇਖਿਆ ਕਿ ਸਰਪੰਚਾਂ ਨੇ ਵੀ ਪਿੰਡਾਂ ਦੇ ਵਿੱਚ ਜਿਹੜੀ ਸੀ ਉਹ ਬਿਜਲੀ ਦੇ ਸਿੱਧੀਆਂ ਕੁੰਡੀਆਂ ਲਾਈਆਂ ਸੀਗੀਆਂ।
ਜਿਸ ਤਰੀਕੇ ਨਾਲ ਅਕਾਲੀਆਂ ਨੇ, ਕਾਂਗਰਸੀਆਂ ਨੇ ਸਰਪੰਚਾਂ ਨੂੰ ਪੈਟਰਨੇਜ ਕੀਤਾ ਜਾਂ ਹਲਕਾ ਇੰਚਾਰਜਾਂ ਨੇ ਕੀਤਾ ਹੈ, ਜਾਂ ਜਿਸ ਤਰੀਕੇ ਦੇ ਨਾਲ ਸਰਪੰਚਾਂ ਨੂੰ ਉਹਨਾਂ ਨੇ ਐਜ਼ ਐਨ ਇੰਸਟਰੂਮੈਂਟ ਯੂਜ਼ ਕੀਤਾ ਵਾ ਪਿੰਡ ਦੇ ਵਿੱਚ ਦਬਦਬਾ ਕਾਇਮ ਕਰਨ ਵਾਸਤੇ, ਵੋਟਾਂ ਕਰਨ ਵਾਸਤੇ, ਉਹਨਾਂ ਨੂੰ ਫ੍ਰੀ ਛੁੱਟੀ ਦਿੱਤੀ ਸੀਗੀ। ਤਾਂ ਦੋਨੋਂ ਚੀਜ਼ਾਂ ਹੈਗਾ, ਇੱਕ ਪਾਸੇ ਆ ਫ੍ਰੀ ਵਾਲਾ ਪਾਸਾ ਵੀ ਦੇਣ, ਠੀਕ ਠਾਕ ਹੈਗਾ ਵਾ, ਪਿਆਰ ਵਾਲੀ ਗੱਲ ਹੈਗੀ ਆ। ਦੂਸਰੇ ਪਾਸੇ ਜਿਹੜਾ ਉਹਦਾ ਮਿਸਯੂਜ਼ ਹੁੰਦਾ ਵਾ, ਉਹਦੇ ਡੰਡਾ ਵੀ ਚਲਾਉਣ, ਫਿਰ ਮੈਨੂੰ ਲੱਗਦਾ ਵੀ ਇਹ ਕਾਰਗਰ ਸਾਬਤ ਹੋ ਸਕਦੀ ਆ ਔਰ ਇਹਦਾ ਕੋਈ ਨਾ ਕੋਈ ਜਿਹੜਾ ਰਾਈਟਫੁਲ ਜਿਹੜਾ ਸਾਨੂੰ ਰਿਜ਼ਲਟ ਮਿਲ ਸਕਦਾ। ਜੀ ਪ੍ਰੋਫੈਸਰ, ਮੈਂ ਇੱਕ ਰਿਪੋਰਟ ਸੁਣ ਰਿਹਾ ਸੀਗਾ ਕਿ ਜੀਐਸਟੀ ਦੀ ਗੱਲ, ਕਿ ਜੀਐਸਟੀ ਉਹਨਾਂ ਨੇ ਕਿਹਾ ਸੀ ਕੇਂਦਰ ਸਰਕਾਰ ਨੇ ਕਿ ਅਸੀਂ ਸੂਬਿਆਂ ਨੂੰ ਉਹਦੀ ਕਿਸ਼ਤ ਜਾਰੀ ਕਰਦੇ ਰਵਾਂਗੇ। ਉਹ 5 ਸਾਲ ਦਾ ਪੀਰੀਅਡ ਸੀਗਾ ਤੇ ਹੁਣ ਕਹਿੰਦੇ ਉਹ ਖਤਮ ਹੋਣ ਜਾ ਰਿਹਾ। ਉਹ ਪੀਰੀਅਡ ਮੇਰੇ ਖਿਆਲ ਚ ਜੂਨ ਦੇ ਵਿੱਚ ਹੀ ਖਤਮ ਹੋ ਗਿਆ ਤੇ ਉਹ ਤਕਰੀਬਨ 1200 ਕਰੋੜ ਤੋਂ ਉੱਪਰ ਦੀ ਰਕਮ ਹੈ ਜਿਹੜੀ ਆਉਂਦੀ ਸੀ। ਹੁਣ ਫਿਰ ਗੱਲ ਕਿ ਹੁਣ ਉਹਦਾ ਇੰਤਜ਼ਾਮ ਕਿੱਥੋਂ ਕਰੋਗੇ? ਹੁਣ ਤਾਂ ਜੀਐਸਟੀ ਵੱਲੋਂ ਵੀ ਹੱਥ ਖਿੱਚੇ ਜਾਣੇ। ਨਹੀਂ, ਮੇਰੇ ਖਿਆਲ ਦੋ ਚੀਜ਼ਾਂ ਹੈਗਾ। ਪੰਜਾਬ, ਮੈਂ ਕਿਉਂਕਿ ਇਕੋਨੋਮਿਸਟ ਦਾ ਵਧੀਆ ਜਵਾਬ ਦੇ ਸਕਦੀ ਆ, ਕਿਉਂਕਿ ਮੈਂ ਉਸ ਤਰੀਕੇ ਨਾਲ ਨਹੀਂ ਦੇ ਸਕਦਾ, ਪਰ ਮੈਨੂੰ ਮੋਟੀ ਜਿਹੀ ਗੱਲ ਸਮਝ ਆਉਂਦੀ ਹੈ। ਕਈ ਵਾਰੀ ਜਦੋਂ ਸਾਨੂੰ ਉੱਤੋਂ ਆਉਣ ਲੱਗਣ ਲੱਗ ਪੈਂਦੇ ਪੈਸੇ, ਗਰੰਟਡ ਹੀ ਮਿਲ ਜਾਂਦੇ, ਸ਼ਾਇਦ 14% ਇਨਕਰੀਜ਼ ਹੁੰਦੀ ਸੀ, ਫਿਰ ਅਸੀਂ ਥੋੜੇ ਢਿੱਲੇ ਹੋ ਜਾਂਦੇ ਹਾਂ। ਪੰਜਾਬ ਇੱਕ ਹਾਈ ਐਂਡ ਜਿਹੜਾ ਕੰਜ਼ਿਊਮਰ ਜਿਹੜਾ ਹੈਗਾ ਉਹ ਸਟੇਟ ਹੈਗੀ ਆ ਦੂਸਰਿਆਂ ਦੇ ਮੁਕਾਬਲੇ ਦੇ ਉੱਤੇ, ਪਰ ਸਾਡੀ ਜਿਹੜੀ ਰਿਕਵਰੀ ਹੈਗੀ ਆ ਉਹ ਜੀਐਸਟੀ ਦੀ ਬਹੁਤ ਥੱਲੇ ਆ। ਤਾਂ ਇਸ ਕਰਕੇ ਤੁਹਾਨੂੰ ਆਪਣੀ ਜਿਹੜੀ ਬੈਲਟ ਆਪ ਕੱਸਣੀ ਪਊਗੀ ਔਰ ਤੁਹਾਨੂੰ ਜਿਹੜਾ ਉੱਥੋਂ ਡਿਪੈਂਡੈਂਸ ਘਟਾਉਣੀ ਪਊਗੀ। ਤੁਹਾਨੂੰ ਆਪਣਾ ਜਿਹੜਾ ਸਿਸਟਮ ਆ ਉਹਨੂੰ ਚੁਸਤ ਦਰੁਸਤ ਕਰਨਾ ਪਊਗਾ। ਸੁਖਵਿੰਦਰ ਜੀ, ਪਤਾ ਹੁੰਦਾ ਕਿ ਜਦੋਂ ਸਿਸਟਮ ਢਿੱਲਾ ਪੈ ਜਾਂਦਾ ਉਹਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਆਉਂਦੀਆਂ, ਉਹਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਹੋਰ ਚੀਜ਼ਾਂ ਆਉਂਦੀਆਂ। ਤੁਸੀਂ ਪਹਿਲੇ ਸਮੇਂ ਦੇਖਿਆ ਹੋਣਾ ਕਿ ਬਹੁਤ ਸਾਰੇ ਜਿਹੜੇ ਐਕਸਾਈਜ਼ ਦੇ ਬੰਦੇ ਜਿਹੜੇ ਸੀ, ਈਟੀਓ ਸੀ, ਉਤਲੇ ਅਫਸਰ ਸੀਗੇ, ਸਾਰੇ ਡਿਸਮਿਸ ਕੀਤੇ ਗਏ ਜਾਂ ਸਸਪੈਂਡ ਕੀਤੇ ਗਏ ਕਿ ਇੱਥੋਂ ਕਰੋਨਾ ਦੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਉਹ ਇੱਥੋਂ ਸਮਾਨ ਕੱਢਦੇ ਸੀ ਜਾਂ ਬਾਹਰੋਂ ਸਮਾਨ ਆਉਂਦਾ ਸੀਗਾ। ਜਦੋਂ ਸਾਨੂੰ ਇਹ ਪਤਾ ਲੱਗ ਜੂ, ਮੈਂ ਤਾਂ ਕਹਿੰਦਾ ਚੰਗੀ ਗੱਲ ਇਹ ਹੈਗੀ ਆ ਕਿ ਘੱਟੋ ਘੱਟ ਸਾਡੀ ਡਿਪੈਂਡੈਂਸ ਸੈਂਟਰ ਤੋਂ ਘਟੂਗੀ। ਸਾਨੂੰ ਆਪਣੇ ਰਿਸੋਰਸਿਸ ਦੇ ਇਕੱਠੇ ਕਰਨ ਵਾਸਤੇ ਜਿਹੜਾ ਹੈਗਾ ਵਾ ਹੋਰ ਐਫਰਟ ਕਰਨੀ ਪਊਗੀ ਔਰ ਸਾਨੂੰ ਆਪਣੇ ਆਪ ਦੇ ਉੱਤੇ ਜਿਹੜਾ ਹੈਗਾ ਯਕੀਨ ਬਣੂਗਾ ਇਹਦੇ ਨਾਲ, ਤਾਂ ਹੀ ਅਸੀਂ ਅਸੈਪਟ ਹੋਵਾਂਗੇ। ਇਹ ਦੇਖਿਆ ਅੱਜ ਤੱਕ ਕਿ ਜਿਹੜੇ ਸੈਂਟਰ ਗੌਰਮੈਂਟ ਵਾਲੇ ਆ, ਇਹ ਪੈਸੇ ਦੇਣ ਲੱਗਿਆ ਕਿੰਨੀ ਡਿਲੇ ਕਰਦੇ ਆ, ਕਿੰਨੀਆਂ ਸਟੇਟਾਂ ਦੀਆਂ ਲਿਲੜੀਆਂ ਕਢਾਉਂਦੇ ਉਸ ਤਰੀਕੇ ਦੇ ਨਾਲ। ਤੇ ਇਸ ਕਰਕੇ ਜਿਹੜਾ ਉੱਥੋਂ ਆਉਂਦਾ ਸੀਗਾ ਉਹਨੂੰ ਠੀਕ ਆ, ਉਹਦਾ ਖੱਪਾ ਪੂਰਾ ਕਰਨ ਵਾਸਤੇ ਸਾਨੂੰ ਬਰਾਬਰ ਦੇ ਉੱਤੇ ਜਿਹੜੀ ਰਿਕਵਰੀ ਹੈਗੀ ਆ, ਕਿਉਂਕਿ ਇਹ ਠੀਕ ਆ ਗੱਲ ਹੈ ਕਿ ਜੀਐਸਟੀ ਇਹਨਾਂ ਨੇ ਬਹੁਤ ਜ਼ਿਆਦਾ ਵਧਾ ਦਿੱਤਾ ਪਿਛਲੀ ਵਾਲੀ ਹੋਣ ਵਾਲੀ ਕੌਂਸਲ ਦੇ ਵਿੱਚ, ਪਰ ਉਹਦੀ ਕੰਪਲਾਇੰਸ ਬਹੁਤ ਜ਼ਰੂਰੀ ਆ। ਇਹ ਆਪਾਂ ਸਭ ਨੂੰ ਪਤਾ ਹੈ ਕਿ ਜੋ ਮਾਰਕੀਟ ਦੇ ਵਿੱਚ ਹੋ ਰਿਹਾ ਵਾ ਤੇ ਜੋ ਇਹ ਸਟੇਟ ਨੂੰ ਪੇ ਕਰ ਰਹੇ ਆ, ਚਾਹੇ ਉਹਦੇ ਵਿੱਚ ਵਪਾਰੀ ਤਬਕਾ ਹੈ ਜਾਂ ਹੋਰ ਲੋਕ ਵੀ ਹੈਗੇ ਆ। ਤਾਂ ਪੰਜਾਬ ਦੇ ਵਿੱਚ ਇਹ ਤੰਤਰ ਨੂੰ ਚੁਸਤ ਦਰੁਸਤ ਕਰ ਦਿੱਤਾ ਜਾਵੇ ਜਾਂ ਮਹਿਕਮੇ ਦੇ ਉੱਤੇ ਪਤਾ ਵੀ ਹੁਣ ਤੁਸੀਂ ਇਕੱਠੇ ਕਰਨੇ ਆ, ਇਹ ਤੁਹਾਡੀ ਜ਼ਿੰਮੇਵਾਰੀ ਹੈਗੀ ਆ। ਐਡਮਿਨਿਸਟ੍ਰੇਸ਼ਨ ਨੂੰ ਤਾਂ ਥੋੜੀ ਉਹਦੇ ਨਾਲ ਥੋੜਾ ਚੁਸਤ ਦਰੁਸਤ ਹੁੰਦਾ ਹੀ ਆ। ਬਾਕੀ ਤੁਹਾਨੂੰ ਵੀ ਇਹ ਹੁੰਦਾ ਵੀ ਇਹ ਤੋਂ ਬਿਨਾਂ ਗੁਜ਼ਾਰਾ ਨਹੀਂ ਹੈ, ਕਿ ਸਾਨੂੰ ਇਹ ਆਪਣੇ ਸਾਧਨ ਆਪ ਇਕੱਠੇ ਕਰਨੇ ਪੈਣੇ ਆ, ਕਿਉਂਕਿ ਇਹ 5 ਸਾਲ ਦੀ ਕੰਡੀਸ਼ਨ ਜਦੋਂ 2017 'ਚ ਲਾਗੂ ਕੀਤਾ ਗਿਆ ਸੀ ਉਦੋਂ ਹੀ ਹੈਗੀ ਸੀਗੀ। ਕੁਝ ਸਟੇਟਾਂ ਨੇ ਮੰਗ ਕੀਤੀ ਇਹਨੂੰ ਐਕਸਟੈਂਡ ਕੀਤਾ ਜਾਵੇ, ਪਰ ਮੈਨੂੰ ਨਹੀਂ ਲੱਗਦਾ ਵੀ ਜਿਸ ਕਿਸਮ ਦੀ ਸੈਂਟਰ ਸਰਕਾਰ ਦਾ ਰਿਸਪੌਂਸ ਹੈਗਾ ਸਟੇਟਾਂ ਵਾਲੇ ਪਾਸੇ ਨੂੰ, ਉਹ ਇਹਨੂੰ ਜਿਹੜਾ ਹੈਗਾ ਵਾ ਉਹਨੂੰ ਅੱਗੇ ਲੈ ਕੇ ਜਾਊਗੀ। ਜਾਂ ਕੁਝ ਸਟੇਟਾਂ ਇਹੋ ਜਿਹੀਆਂ ਵੀ ਹੈਗੀਆਂ ਕਿ ਜਿਨ੍ਹਾਂ ਨੇ ਆਪਣੇ ਰਿਸੋਰਸਿਸ ਪਹਿਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਵਧਾਏ ਆ। ਸਾਡਾ ਗੁਆਂਢੀ ਮੁਲਕ ਜਿਹੜਾ ਸਟੇਟ ਜਿਹੜਾ ਹੈਗਾ ਉਹ ਹਰਿਆਣਾ ਇਹ 'ਚੋਂ ਐਗਜ਼ਾਮਪਲ ਉਹਦੇ ਵਿੱਚੋਂ ਹੈਗੀ ਆ, ਜਾਂ ਹੋਰ ਸਟੇਟਾਂ ਵੀ ਹੈਗੀਆਂ। ਤੇ ਮੈਨੂੰ ਲੱਗਦਾ ਕਿ ਸਟੇਟ ਨੂੰ ਇਸੇ ਕਰਕੇ ਸ਼ਾਇਦ ਉਹਨਾਂ ਨੇ ਇੰਟੈਲੀਜੈਂਸ ਯੂਨਿਟ ਵੀ ਬਣਾਇਆ ਵਾ, ਭਾਵੇਂ ਕਿ ਉਹ ਜ਼ਿਆਦਾ ਜਿਹੜੀ ਦੂਸਰੀ ਉਹਨੂੰ ਕਹਿੰਦੇ ਆਪਾਂ ਬਿਊਰੋਕ੍ਰੈਟਿਕ ਇੰਟਰਫੀਰੈਂਸ ਹੋਊਗੀ। ਪਰ ਇਹ ਵੀ ਗੱਲ ਠੀਕ ਹੈਗੀ ਆ ਕਿ ਅਸੀਂ ਟੈਕਸ ਦੇਣ ਦੇ ਮਾਮਲੇ ਦੇ ਵਿੱਚ ਸਾਡਾ ਸੁਭਾਅ ਹੀ ਇਦਾਂ ਦਾ ਬਣ ਗਿਆ ਕਿ ਅਸੀਂ ਜ਼ਿਆਦਾਤਰ ਜਿੰਨਾ ਵੀ, ਭਾਵੇਂ ਦੂਸਰੇ ਪਾਸੇ ਕੋਈ ਜ਼ਿਆਦਾ ਲੈ ਜਾਵੇ, ਅਫਸਰ ਜ਼ਿਆਦਾ ਲੈ ਜਾਣ ਜਾਂ ਪੋਲੀਟੀਕਲ ਲੀਡਰ ਜ਼ਿਆਦਾ ਪੈਟਰੋਨੇਜ ਦੇ ਕੇ ਕਿਸੇ ਨੂੰ ਦੇ ਦਈਏ, ਪਰ ਜਦੋਂ ਸਟੇਟ ਨੂੰ ਦੇਣ ਦੀ ਗੱਲ ਆਉਂਦੀ ਆ ਉਦੋਂ ਅਸੀਂ ਪਿਛਾਂਹ ਹਟਦੇ ਆ। ਇਹ ਗੱਲ ਸਾਨੂੰ ਸਾਰਿਆਂ ਨੂੰ ਧਿਆਨ ਰੱਖਣ ਦੀ ਲੋੜ ਹੈਗੀ ਆ ਵੀ ਪੈਸਾ ਜਿਹੜਾ ਸਟੇਟ ਕੋ ਜਾਂਦਾ ਮੁੜ ਕੇ ਲੋਕਾਂ ਕੋਲ ਵਾਪਸ ਆਉਂਦਾ। ਜਿਹੜਾ ਪੈਸਾ ਕਿਸੇ ਅਫਸਰ ਦੀ ਜੇਬ 'ਚ ਜਾਂਦਾ ਵਾ ਜਾਂ ਪੋਲੀਟੀਸ਼ੀਅਨ ਦੇ ਜੇਬ 'ਚ ਜਾਂਦਾ ਵਾ ਉਹ ਲੋਕਾਂ ਦੇ ਕੋਲ ਵਾਪਸ ਨਹੀਂ ਆਉਂਦਾ। ਤਾਂ ਇਸ ਕਰਕੇ ਇਹਦੇ ਨਾਲ ਸਟੇਟ ਦੀ ਜ਼ਿੰਮੇਵਾਰੀ ਵੱਧਦੀ ਆ। ਕੱਲ ਨੂੰ ਲੋਕੀ ਪੁੱਛਣਗੇ ਉਹਨਾਂ ਨੂੰ, ਹੁਣ ਤਾਂ ਇਹ ਬਹਾਨਾ ਲਾ ਦਿੰਦੇ ਸੀ ਨਾ ਸਾਨੂੰ ਸੈਂਟਰ ਪੈਸੇ ਨਹੀਂ ਦਿੰਦਾ ਜੀ, ਸਾਡਾ ਹਿੱਸਾ ਨਹੀਂ ਦਿੰਦਾ। ਹੁਣ ਇਹਨਾਂ ਦੀ ਜ਼ਿੰਮੇਵਾਰੀ ਵਧੂਗੀ ਲੋਕਾਂ ਪ੍ਰਤੀ ਕਿ ਤੁਸੀਂ ਕੀ ਕੀਤਾ, ਇਹ ਰਿਸੋਰਸਿਸ ਇਕੱਠੇ ਨਹੀਂ ਕੀਤੇ ਤੇ ਕਿਉਂ ਨਹੀਂ ਕੀਤੇ, ਜਾਂ ਇਹ ਹੋਰ ਤਰੀਕੇ ਲੱਭਣਗੇ। ਇਹ ਨਹੀਂ ਹੁੰਦਾ ਕਿ ਰਿਸੋਰਸਿਸ ਲੱਭਣ ਦੇ ਤਰੀਕੇ ਬਹੁਤ ਘੱਟ ਜਾਂਦੇ ਆ। ਤੁਹਾਨੂੰ ਜਦੋਂ ਤੁਹਾਡੇ ਸਿਰ ਦੇ ਉੱਤੇ ਜਿਹੜਾ ਵੇਅਰ ਦੇयर ਇਜ਼ ਵਿਲ ਦੇयर ਇਜ਼ ਅ ਵੇ, ਜਾਂ ਜਦੋਂ ਕੋਈ ਨੈਸੈਸਿਟੀ ਇਜ਼ ਦਾ ਮਦਰ ਆਫ ਇਨਵੈਂਸ਼ਨ ਆ, ਤੁਹਾਨੂੰ ਬਹੁਤ ਸਾਰੇ ਹੋਰ ਤਰੀਕੇ ਇਨੋਵੇਟਿਵ ਹੋਣ ਦੀ ਲੋੜ ਪੈਣੀ ਆ। ਪੰਜਾਬ ਦਾ ਸਿਸਟਮ ਪਿਛਲੇ ਸਮੇਂ ਤੋਂ ਖਾਸ ਕਰਕੇ ਅੱਤਵਾਦ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਇਹ 'ਚ ਲਥਾਰਜਿਕ ਪੁਣਾ ਆਇਆ ਵਾ, ਜਾਂ ਜਿਸ ਤਰੀਕੇ ਨਾਲ ਦੇਖਿਆ ਕਿ ਇੱਕ ਉਹ ਸਟੇਟ ਬਣ ਗਈ ਆ ਕਿ ਜਿਹਦੇ ਵਿੱਚ ਕਰਪਸ਼ਨ ਦਾ ਲੈਵਲ ਦੂਸਰੀਆਂ ਸਟੇਟਾਂ ਦੇ ਮੁਕਾਬਲੇ ਤੇ ਬਹੁਤ ਜ਼ਿਆਦਾ ਹੈ। ਔਰ ਲੋਕਾਂ ਦੀ ਇਹ ਧਾਰਨਾ ਬਣ ਗਈ ਸੀਗੀ ਕਿ ਬਿਨਾਂ ਪੈਸੇ ਦਿੱਤਿਆਂ ਕੋਈ ਕੰਮ ਨਹੀਂ ਹੁੰਦਾ। ਉਹਦਾ ਪੈਸਾ ਕਿੱਥੇ ਜਾਂਦਾ ਵਾ, ਕਿਹਦੇ ਕੋਲ ਜਾਂਦਾ ਵਾ, ਸਟੇਟ ਕੋਲ ਪੈਸਾ ਜੇ ਜਾਣ ਲੱਗ ਪਊਗਾ ਤੇ ਆਪੇ ਸਟੇਟ ਦੇ ਰਿਸੋਰਸਿਸ ਵੱਧ ਜਾਣਗੇ। ਸੋ ਮੇਰਾ ਕਹਿਣ ਤੋਂ ਭਾਵ ਹੈਗਾ ਵੀ ਇਹ ਕੋਈ ਬਹੁਤ ਵੱਡੀ ਇਹਨੂੰ ਕਿਹਾ ਜਾਵੇ ਕਿ ਅਸੀਂ ਲਗਾਤਾਰ
ਇਹਦੇ ਨਾਲ ਇੱਕ ਪੋਲੀਟੀਕਲ ਐਂਗਲ ਬਹੁਤ ਇੰਪੋਰਟੈਂਟ ਹੈਗਾ ਕਿ ਜਿਹੜੀ ਤੁਸੀਂ ਇੰਟੈਂਗਲ ਰਹਿੰਦੇ ਸੀ ਵੀ ਸਾਨੂੰ ਪੈਸੇ ਉੱਤੋਂ ਆਉਣਗੇ, ਊਠ ਤੇ ਮੂੰਹ 'ਚ ਬੁਰਕੀ ਵਾਲੀ ਗੱਲ ਸੀਗੀ, ਤੁਸੀਂ ਡੀਕਦੇ ਰਹਿੰਦੇ ਥੱਲੇ ਪਾਸੇ। ਹੁਣ ਤੁਸੀਂ ਕਹਿਣ ਵਾਲੇ ਬਣੋਗੇ ਇਸ ਪੈਸੇ ਸਾਡੇ ਹੈਗੇ ਆ, ਅਸੀਂ ਰਿਸੋਰਸ ਮੋਬਿਲਾਈਜ਼ ਕਰ ਰਹੇ ਹਾਂ। ਤੁਹਾਡੀ ਥੋੜੀ ਕਿਤੇ ਨਾ ਕਿਤੇ ਹੋਰ ਆਟੋਨਮੀ ਜਿਹੜੀ ਆ ਉਹ ਇਨਕਰੀਜ਼ ਹੋਊਗੀ, ਸਾਡੀ ਡਿਪੈਂਡੈਂਸ ਉਹਨਾਂ ਤੋਂ ਘਟੂਗੀ ਜਾਂ ਉਹਨਾਂ ਵਾਲੇ ਪਾਸੇ ਵੱਲ ਝਾਕ ਘਟੂਗੀ। ਇਹਦਾ ਹੁਣ ਤਾਂ ਅਸਰ ਨਹੀਂ ਹੋਊਗਾ, ਪਰ ਲੌਂਗ ਟਰਮ ਦੇ ਵਿੱਚ ਕੌਨਫੀਡੈਂਸ ਪੈਦਾ ਹੋਊਗਾ ਕਿ ਅਸੀਂ ਆਪਣੇ ਰਿਸੋਰਸਿਸ ਪੈਦਾ ਕਰ ਸਕਦੇ ਹਾਂ, ਅਸੀਂ ਆਪਣੇ ਸਾਧਨ ਵਧਾ ਸਕਦੇ ਹਾਂ, ਜਾਂ ਕੱਲ੍ਹ ਨੂੰ ਇਹ ਵੀ ਹੋ ਸਕਦਾ ਕਿ ਅਸੀਂ ਰਾਜਨੀਤੀ ਦੇ ਵਿੱਚ ਉਹ ਸਟੈਂਡ ਲੈ ਸਕਦੇ ਹਾਂ ਜਿਹੜਾ ਸਟੈਂਡ ਲੋਕਾਂ ਦੇ ਭਲੇ ਵਾਸਤੇ ਹੈਗਾ, ਜਿਹੜੇ ਸਟੈਂਡ ਬਾਰੇ ਸਾਨੂੰ ਕੋਈ ਸੈਂਟਰ ਗੌਰਮੈਂਟ ਤੋਂ ਬਹੁਤੀ ਵੱਡੀ ਜਿਹੜੀ ਹੈਗੀ ਆ ਕਿਸੇ ਕਿਸਮ ਦੀ ਦਰਕਾਰ ਦੀ ਜਾਂ ਕਿਸੇ ਕਿਸਮ ਦੀ ਝਿੜਕ ਦੀ ਲੋੜ ਨਹੀਂ ਹੋਊਗੀ। ਹੋਏ ਕੀ ਰਿਹਾ, ਸਾਰੇ ਰਿਸੋਰਸ ਸੈਂਟਰ ਨੇ ਸੈਂਟਰਲਾਈਜ਼ ਕਰ ਲਏ, ਇਕਨੋਮਿਕ ਰਿਸੋਰਸ ਜਿਹੜੇ ਮੋਸਟਲੀ ਕਰ ਲਏ, ਔਰ ਇਹ ਜਿਹੜਾ ਡਰ ਸੀਗਾ, ਝਿੜਕਾਂ ਸੀਗੀਆਂ, ਦਬਾਅ ਸੀਗਾ, ਇਹਨੂੰ ਡੀਸੈਂਟਰਲਾਈਜ਼ ਕਰ ਦਿੱਤਾ। ਔਰ ਸਟੇਟਾਂ ਨੂੰ ਵੀ ਮਿਊਨਿਸਪਲ ਕਮੇਟੀ ਖਾਸ ਕਰਕੇ ਜਦੋਂ ਦੀ ਇਹ ਸਰਕਾਰ ਆਈ ਆ, ਇਹਨਾਂ ਦੇ ਸਟੇਟਾਂ ਨੂੰ ਜੋ ਹਾਲ ਕਰ ਰਹੇ ਉਹਨਾਂ ਦੇ ਨਾਲ, ਜਿਸ ਕਿਸਮ ਦੀ ਉਹਨਾਂ ਦੇ ਨਾਲ ਇਹ ਟ੍ਰੀਟਮੈਂਟ ਕਰ ਰਹੇ ਆ, ਉਹਨਾਂ ਦਾ ਪੈਸਾ ਦੇਣ ਦੇ ਵਿੱਚ ਆਣਾਕਾਣੀ ਕਰ ਰਹੇ ਆ, ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਡਿਕਟੇਟ ਕਰ ਰਹੇ ਆ, ਕਿਸ ਤਰੀਕੇ ਨਾਲ ਤਰਲਿਆਂ ਦੇ ਨਾਲ ਜਿਹੜਾ ਉਹਨਾਂ ਕੋਲ ਆਪਣੇ ਜਿਹੜਾ ਹੈਗਾ ਦੂਸਰਾ ਹਿੱਸਾ ਲੈਣ ਵਾਸਤੇ ਜਿਹੜਾ ਵਾ ਉਹਨਾਂ ਕੋਲ ਜਾਣਾ ਪੈਂਦਾ ਹੈ। ਤਾਂ ਮੇਰਾ ਖਿਆਲ ਹੈ ਵੀ ਇਹ ਸਰਕਾਰ ਨੂੰ ਹੋਰ ਜ਼ਿੰਮੇਵਾਰ ਬਣਾਉਣ ਵਾਸਤੇ, ਹੋਰ ਚੁਸਤ ਦਰੁਸਤ ਬਣਾਉਣ ਵਾਸਤੇ, ਜਾਂ ਇਹ ਵੀ ਪਤਾ ਹੈਗਾ ਕਿ ਜੇ ਸਾਡੇ ਕੋਲ ਸਾਧਨ ਨਹੀਂ ਆਉਣਗੇ ਤੇ ਅਸੀਂ ਫਿਰ ਜਿਹੜਾ ਸਾਡੀ ਸਮੱਸਿਆ ਹੋਰ ਵਧੂਗੀ। ਜੀ, ਗੱਲ ਜਦੋਂ ਪ੍ਰੋਫੈਸਰ ਸਾਹਿਬ ਸਾਧਨਾਂ ਦੀ ਹੁੰਦੀ ਹੈ, ਇਹ ਕਹਿੰਦੇ ਸੀ ਕਿ ਖੇਤੀ ਵਿਭਿੰਨਤਾ ਅਸੀਂ ਲਿਆਵਾਂਗੇ, ਕੇਂਦਰ ਤੋਂ ਸਹਿਯੋਗ ਵੀ ਮੰਗਦੇ ਸੀ ਕਿ ਤੁਸੀਂ ਸਾਡਾ ਸਹਿਯੋਗ ਕਰੋ, ਅਸੀਂ ਕਿਸਾਨਾਂ ਨੂੰ ਉਤਸ਼ਾਹਿਤ ਕਰੀਏ। ਕੀਤਾ ਗਿਆ, ਮੂੰਗੀ ਦੇ ਮਸਲੇ ਤੇ ਕੀਤਾ, ਪਰ 83% ਜਿਹੜੀ ਹੈ ਉਹ ਮੂੰਗੀ ਨਹੀਂ ਚੱਕੀ ਸਰਕਾਰ ਨੇ। ਉਹਨੂੰ ਲੈ ਕੇ ਹੁਣ ਚਰਚਾਵਾਂ ਇਹ ਵੀ ਚੱਲ ਰਹੀਆਂ ਕਿ ਸਰਕਾਰ ਵਾਲੇ ਪਾਸਿਓਂ ਆਵਾਜ਼ ਆ ਰਹੀ ਹੈ ਕਿ ਅਸੀਂ ਕਿਹੜਾ ਕਿਹਾ ਸੀ ਕਿ ਸਾਰੀ ਮੂੰਗੀ ਚੱਕਾਂਗੇ, ਨਾਲੇ ਪਹਿਲੇ ਸਾਲ ਹੀ ਚੱਕਾਂਗੇ। ਹੌਲੀ ਹੌਲੀ ਜਿਹੜਾ ਉਹ ਸਰਕਾਰ ਇਸ ਪਾਸੇ ਵੱਲ ਨੂੰ ਤੁਰ ਰਹੀ ਹੈ, ਆਪਣੇ ਖਰਚੇ ਪੂਰੇ ਕਰੇਗੀ। ਫਿਰ ਗੱਲ ਉਹੀ ਆ ਗਈ ਨਾ ਕਿ ਕਿਸਾਨਾਂ ਦੇ ਨਾਲ ਕੀ ਠੱਗੀ ਮਾਰੀ ਹੈ, ਕਿਉਂਕਿ ਕੈਪਟਨ ਸਾਹਿਬ ਵੀ ਕਹਿੰਦੇ ਸੀ ਕਿ ਅਸੀਂ ਤਾਂ ਕਿਹਾ ਸੀ ਕਿ ਨਸ਼ੇ ਦਾ ਲੱਕ ਤੋੜਾਂਗੇ, ਅਸੀਂ ਇਹ ਨਹੀਂ ਕਿਹਾ ਕਿ ਨਸ਼ੇ ਖਤਮ ਕਰਾਂਗੇ। ਫਿਰ ਇਹ ਵੀ ਗੱਲ ਉੱਥੇ ਹੀ ਆ ਗਈ ਕਿ ਅਸੀਂ ਕਦੋਂ ਕਿਹਾ ਸੀ ਕਿ ਦਾਣਾ ਦਾਣਾ ਚੱਕਾਂਗੇ, ਅਸੀਂ ਤਾਂ ਇਹ ਕਿਹਾ ਸੀ ਕਿ ਸਾਲ ਦਰ ਸਾਲ ਅਸੀਂ ਜਿਹੜੀ ਆ ਉਹ ਤੁਹਾਡੀ ਜਿਹੜੀ ਫਸਲ ਹੈ ਉਹਨੂੰ ਚੁੱਕ ਲਾਂਗੇ, ਉਹ ਦਾਣੇ ਨਾਲ ਹੋਵੇ ਭਾਵੇਂ ਜਿਵੇਂ ਮਰਜ਼ੀ ਹੋਵੇ। ਮੇਰੇ ਖਿਆਲ ਇਦਾਂ ਨਹੀਂ ਕਿਹਾ ਇਹਨਾਂ ਨੇ, ਬਿਨਾਂ ਸੋਚਿਆ ਸਮਝਿਆ ਕਹਿਤਾ ਵੀ ਅਸੀਂ ਇੱਕ ਇੱਕ ਦਾਣਾ ਚੁੱਕਾਂਗੇ। ਇਹਨਾਂ ਨੇ ਇਹ ਵਿਸ਼ਵਾਸ ਦਿੱਤਾ ਇੱਕ ਇੱਕ ਦਾਣਾ ਚੁੱਕਾਂਗੇ। ਮੈਨੂੰ ਲੱਗਦਾ ਕਿ ਇਸ ਮਾਮਲੇ ਦੇ ਵਿੱਚ ਸੈਂਟਰ ਗੌਰਮੈਂਟ ਵੀ ਆਪਣੇ ਬੇਈਮਾਨ ਹੈ। ਰੀਜ਼ਨ ਬੀਇੰਗ ਹੈ ਕਿ ਉਹਨਾਂ ਨੂੰ ਜਦੋਂ ਚੀਜ਼ਾਂ ਬਾਹਰੋਂ ਮੰਗਾਉਂਦੇ ਆ ਉਦੋਂ ਵੀ ਪੈਸੇ ਮਿਲ ਜਾਂਦੇ ਆ, ਉਹਦੇ ਉੱਤੇ ਇੰਪੋਰਟ ਡਿਊਟੀ ਲਾ ਦਿੰਦੇ ਆ, ਦੂਸਰਾ ਤੀਸਰਾ ਪਾਸਾ ਕਰਦੇ ਆ। ਕਦੀ ਵੀ ਜਿਹੜੀ ਸਾਡੀ ਇੰਟਰਨਲ ਪ੍ਰੋਡਕਸ਼ਨ ਆ ਉਹਨੂੰ ਇਨਕਰਜ ਨਹੀਂ ਕਰਦੇ, ਭਾਵੇਂ ਕਿ ਜਿਹੜਾ ਬਾਹਰੋਂ ਸਮਾਨ ਮੰਗਾਉਂਦੇ, ਕਿਉਂਕਿ ਬਹੁਤ ਵੱਡੇ ਵੱਡੇ ਬਣੀਏ ਹੈ, ਟਰੇਡਰ ਹੈ, ਉਹਨਾਂ ਨੂੰ ਕੌਣ ਪੈਟਰੋਨੇਜ ਕਰਤਾ ਹੈ, ਇੰਟਰਨੈਸ਼ਨਲ ਦੇ ਲਿੰਕੇजेस ਹੈਗੇ ਆ, ਉਹ ਆਮ ਤੌਰ ਤੇ ਜਿਹੜੀ ਸੈਂਟਰ ਦੀ ਰੂਲਿੰਗ ਪਾਰਟੀ ਆ ਉਹਦੇ ਨਾਲ ਜੁੜੇ ਹੁੰਦੇ ਆ। ਦੂਸਰੀ ਗੱਲ ਇਹ ਹੈਗੀ ਆ ਕਿ ਖੇਤੀਬਾੜੀ ਦੇ ਸਿਰ ਤੇ ਹੀ ਇਹ ਦੇਸ਼ ਦੀ ਰਾਜਨੀਤਿਕ ਸਥਿਰਤਾ ਹੈ। ਹੁਣ ਆਪਾਂ ਇਕਨੋਮਿਕ ਗਰੋਥ ਦੀ ਗੱਲ ਨਾ ਕਰੀਏ, ਜਿਹੜੀ ਇੱਥੇ ਪੋਲੀਟੀਕਲ ਸਟੇਬਿਲਿਟੀ ਆ ਆਫ ਦਿਸ ਕੰਟਰੀ ਇਜ਼ ਬੇਸਡ ਔਨ ਦਾ ਇਕਨੋਮਿਕ ਪ੍ਰੋਗਰੈਸ ਆਫ ਜਾਂ ਇਕਨੋਮਿਕ ਗਰੋਥ ਆਫ ਦਿਸ ਕੰਟਰੀ ਔਰ ਐਗਰੀਕਲਚਰ ਗਰੋਥ ਆਫ ਦਿਸ ਕੰਟਰੀ। ਥੋੜਾ ਜਿਹਾ ਝਾੜ ਘਟਿਆ ਸੀ, ਕਿਦਾਂ ਬਾਂਹ ਹੋ ਗਈ ਸੀ, ਸਾਰੇ ਪਾਸਿਓਂ ਬੰਦ ਕਰ ਦਿੱਤਾ ਸੀਗਾ। ਇਹ ਜਿਹੜੀ ਤੁਸੀਂ ਸੁਖਿੰਦਰ ਸਿੰਘ ਗੱਲ ਕੀਤੀ ਹੈ ਨਾ, ਇਹ ਜਿਹੜੇ ਖਾਸ ਕਰਕੇ ਇਹ ਸਰਕਾਰ ਜਿਸ ਤਰੀਕੇ ਨਾਲ ਪਾਪੂਲਿਜ਼ਮ ਕਹਿ ਦੀ, ਇਹਨੂੰ ਲੱਗਦਾ ਵੀ ਸਾਡੇ ਕੋਲ ਜਾਦੂ ਦੀ ਛੜੀ ਹੈਗੀ ਆ, ਅਸੀਂ ਸਾਰੇ ਮਸਲੇ ਹੱਲ ਕਰ ਦੇਣੇ, ਤੁਰਿਆ ਜਾਂਦੇ ਮਸਲੇ ਹੱਲ ਕਰ ਦੇਣੇ। ਭਾਈ ਇਹ ਸਟੇਟ ਹੈਗੀ ਆ, ਇਹ ਕੋਈ ਘਰ ਨਹੀਂ ਹੈ, ਇਹ ਕੋਈ ਪਿੰਡ ਨਹੀਂ ਹੈ, ਇਹ ਕੋਈ ਜ਼ਿਲ੍ਹਾ ਨਹੀਂ ਹੈ ਉਹਦੇ ਮਸਲੇ ਹੱਲ ਕਰਨੇ ਆ। ਤੁਸੀਂ ਸਟੇਟ ਦੇ ਮਸਲੇ ਹੱਲ ਕਰਦੇ ਹੋ। ਸਟੇਟ ਦੇ ਵਿੱਚ ਜਦੋਂ ਤੁਸੀਂ ਖੇਤੀਬਾੜੀ ਨਾਲ ਸੰਬੰਧਿਤ ਕੋਈ ਗੱਲ ਕਰਦੇ ਹੋ, ਉਹਦੇ ਵਿੱਚ 60% ਆਬਾਦੀ ਜਿਹੜੀ ਖੇਤੀਬਾੜੀ ਤੇ ਡਿਪੈਂਡੈਂਟ ਹੈਗੀ ਆ। ਇਸ ਵੇਲੇ ਸਾਡੀ ਜਿਹੜੀ ਖਾਸ ਕਰਕੇ ਐਗਰੀਕਲਚਰ ਦੇ ਵਿੱਚ ਲੋਕੀ ਕਿਸਾਨ ਤਿਆਰ ਬੈਠੇ ਆ, ਇਹ ਵੀ ਕਹਿ ਦਈਏ ਤਰਲੇ ਲੈਣ ਦੇ ਆ ਵੀ ਅਸੀਂ ਸਭ ਡਿਵਰਸੀਫਾਈ ਕਰਨ ਨੂੰ ਤਿਆਰ ਆ, ਸਾਡੀ ਬਾਂਹ ਤੇ ਫੜੋ, ਕੋਈ ਸਾਨੂੰ ਥੋੜਾ ਹੌਸਲਾ ਤੇ ਦਿਓ। ਔਰ ਇਹ ਦੇਖਿਆ ਪਿਛਲੀ ਸਰਕਾਰ ਨੇ, ਕਿਉਂਕਿ ਦਾਲਾਂ ਦੀ ਪਹਿਲੇ ਸਮੇਂ 'ਚ ਬਹੁਤ ਸ਼ਾਰਟੇਜ ਰਹੀ, ਬਹੁਤ ਦਾਲਾਂ ਮਹਿੰਗੀਆਂ ਰਹੀਆਂ, ਅਸੀਂ ਬਾਹਰੋਂ ਮੰਗਵਾਉਂਦੇ ਹਾਂ। ਕਰੂਡ ਆਇਲ ਤੋਂ ਬਾਅਦ ਸ਼ਾਇਦ ਐਡੀਬਲ ਆਇਲਸ ਤੇ ਜਿਹੜੀਆਂ ਤੁਹਾਡੀਆਂ ਜਿਹੜੀਆਂ ਹੈਗੀਆਂ ਦਾਲਾਂ ਵਾ, ਇਹ ਵੱਡੀ ਸੈਕੰਡ ਲਾਰਜੈਸਟ ਜਿਹੜੀ ਸਾਡੀ ਆ ਇੰਪੋਰਟ ਬਿੱਲ ਹੁੰਦਾ ਵਾ ਐਡੀਬਲ ਆਇਲ ਦਾ। ਤੇ ਇਹ ਜਿਹੜੀਆਂ ਦਾਲਾਂ ਤੇ ਜਿਹੜੇ ਹੋਰ ਚੀਜ਼ਾਂ ਹੈਗੀਆਂ ਪਹਿਲੇ ਸਮੇਂ ਜਿਹਨਾਂ ਸਟੇਟਾਂ 'ਚ ਪੈਦਾ ਹੁੰਦੀਆਂ ਸੀ, ਬਹੁਤ ਉੱਥੋਂ ਘਟ ਗਈਆਂ ਮੌਸਮ ਦੀ ਮਾਰ ਕਰਕੇ। ਲੋਕਾਂ ਨੇ ਕੀਤਾ, ਇਹ ਸਰਕਾਰ ਦਾ ਕਹਿਣਾ ਮੰਨਿਆ, ਉਹਨਾਂ ਨੇ ਮੂੰਗੀ ਜਿਹੜੀ ਸੀ ਬੀਜੀ, ਪਰ ਇਹ ਸਰਕਾਰ ਨੂੰ ਇਹ ਨਹੀਂ ਸੀ ਪਤਾ, ਇਹਨੂੰ ਲੱਗਦਾ ਵੀ ਕੀ ਥੋੜਾ ਬਹੁਤਾ ਹੋਊਗਾ ਨੌਨ ਸੀਰੀਅਸਲੀ ਵੀ ਉਹ ਖਰੀਦ ਲਾਂਗੇ ਉਹਦੇ ਵਿੱਚੋਂ। ਜਦੋਂ ਕਿ ਇਹ ਨਹੀਂ ਪਤਾ ਕਿ ਪੰਜਾਬ ਦਾ ਕਿਸਾਨ ਜਿਹੜਾ ਹੈਗਾ, ਜਿਹੜੀ ਪ੍ਰੋਡਕਸ਼ਨ ਹੈਗੀ ਖੇਤ ਦੀ, ਉਹ ਪਰ ਏਕੜ ਜਿਹੜੀ ਹੈਗੀ ਆ, ਕਿ ਇਸ ਸਮੇਂ ਤੇ ਕਣਕ ਦੀ ਦੁਨੀਆ ਸਭ ਤੋਂ ਜ਼ਿਆਦਾ ਸੀ ਗ੍ਰੀਨ ਰੈਵੋਲੂਸ਼ਨ ਵੇਲੇ, ਹੁਣ ਵੀ ਬਹੁਤ ਜ਼ਿਆਦਾ ਹੈ, ਕਿਉਂਕਿ ਇੰਟੈਂਸਿਵ ਖੇਤੀਬਾੜੀ ਕਰਦੇ ਆ। ਪੀਏਯੂ ਦੇ ਸੈਂਟਰਸ ਹੈਗੇ ਆ, ਲੋਕ ਵੀ ਸਿਆਣੇ ਆ,
ਇਹ ਸਰਕਾਰ ਨੂੰ ਬਹੁਤ ਕਲੀਅਰ ਉਦੋਂ ਕਰਨਾ ਚਾਹੀਦਾ ਵੀ ਸਾਡੀ ਕਪੈਸਿਟੀ ਨਹੀਂ, ਲੋਕਾਂ ਨੂੰ ਪਤਾ ਨਹੀਂ ਦੀ ਕਪੈਸਿਟੀ ਨਹੀਂ ਹੈਗੀ ਕਿ ਭਾਈ ਅਸੀਂ ਇੰਨਾ ਕੁ ਖਰੀਦਾਂਗੇ, ਪਰ ਨਾਲ ਇਹਨਾਂ ਨੂੰ ਸੈਂਟਰ ਦੇ ਨਾਲ ਵੀ ਕੋਆਰਡੀਨੇਟ ਕਰਨ ਦੀ ਲੋੜ ਸੀਗੀ। ਜਦੋਂ ਮੰਡੀ ਤੇ ਡਿਪੈਂਡੈਂਟ ਹੁੰਦੇ ਆ ਸੈਂਟਰ ਦੇ ਵਿੱਚ, ਉਹ ਵੱਡੇ ਵਪਾਰੀ ਬੈਠੇ ਆ, ਉਹ ਤਾਂ ਹਰ ਵੇਲੇ ਦੀ ਭਗਵੰਤ ਮਾਨ ਦੀ ਸਰਕਾਰ ਦੀ ਹਵਾ ਕੱਢਣ ਨੂੰ ਫਿਰਦੇ ਆ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਵੀ ਕਿਸਾਨੀ ਦੇ ਨਾਲ ਜੇ ਵਿਗਾੜ ਲਊਗਾ ਤੇ ਫਿਰ ਇਹ ਬਹੁਤਾ ਲੰਮਾ ਸਰਵਾਈਵ ਨਹੀਂ ਕਰ ਸਕੂਗਾ। ਜਿੱਦਾਂ ਹੁਣ ਸੰਗਰੂਰ ਦੇ ਵਿੱਚ ਹੋਇਆ ਹੀ ਨਾ, ਕਿਸਾਨੀ ਜ਼ਿਲ੍ਹਾ ਹੀ ਹੈਗਾ ਨਾ, ਕਿੱਦਾਂ ਹਵਾ ਕੱਢ ਕੇ ਰੱਖ ਦਿੱਤੀ ਆ। ਤਾਂ ਮੇਰੇ ਖਿਆਲ ਇਹਨਾਂ ਨੂੰ ਸਾਧਨ ਨਹੀਂ ਹੈ, ਤੰਤਰ ਨਹੀਂ ਹੈ, ਖਰੀਦਣ ਵਾਲਾ ਤੰਤਰ ਕਿਹੜਾ ਹੈਗਾ, ਇਹ ਸਟੋਰ ਕਿੱਥੇ ਕਰਨਗੇ, ਉਹਨੂੰ ਡੰਪ ਥੋੜਾ ਕਰਨਾ ਪਏਗਾ, ਮਾਰਕੀਟਿੰਗ ਕਿੱਦਾਂ ਕਰਨਗੇ, ਕਿ ਜਿਹੜੀ ਮੂੰਗੀ ਮੰਡੀ ਦੇ ਵਿੱਚ ਆਉਂਦੀ ਆ ਉਹਨੂੰ ਰਿਫਾਈਨ ਕਰਨ ਦੀ ਲੋੜ ਹੈਗੀ ਆ, ਉਹਨੂੰ ਡਰਾਈ ਕਰਨ ਦੀ ਲੋੜ ਹੈ, ਉਹਦੀ ਪੈਕੇਜਿੰਗ ਦੀ ਲੋੜ ਹੈ, ਇੱਕ ਚੇਨ ਹੈ ਜਿਹੜੀ ਪੂਰੀ ਡਿਵੈਲਪ ਕਰਨ ਦੀ ਲੋੜ ਹੈ, ਉਹ ਤਾਂ 3 ਮਹੀਨਿਆਂ 'ਚ ਹੋ ਨਹੀਂ ਸੀ ਸਕਦੀ। ਤਾਂ ਇਸ ਕਰਕੇ ਠੀਕ ਆ ਕਿ ਇਹ ਨਹੀਂ ਸਾਰੀ ਚੁੱਕ ਸਕਦੇ, ਨਹੀਂ ਚੁੱਕਣਗੇ ਤੇ ਨੈਚੁਰਲੀ ਫਰਸਟ੍ਰੇਟ ਹੋਣਗੇ। ਔਰ ਅੱਜ ਕੱਲ੍ਹ ਕਿਸਾਨਾਂ ਦਾ ਤਾਂ ਕੰਮ ਹੀ ਬੜਾ ਵਧੀਆ ਕਿ ਜਦੋਂ ਜਿੱਥੇ ਕਿਸੇ ਹਲਕੇ ਦੇ ਵਿੱਚ ਜੋ ਵੀ ਕੁਝ ਹੁੰਦਾ ਉੱਥੇ ਜਾ ਕੇ ਡੇਰਾ ਡਾਲ ਲੈਂਦੇ ਆ, ਸੜਕ ਬੰਦ ਕਰ ਦਿਓ ਜਾਂ ਚੰਡੀਗੜ੍ਹ ਨੂੰ ਤੁਰ ਪਓ ਜਾਂ DC ਦਾ ਘਰਾਓ ਕਰ ਲਓ ਉਹਦੇ ਵਿੱਚੋਂ। ਤਾਂ ਮੇਰਾ ਖਿਆਲ ਹੈ ਵੀ ਇਹ ਜਿਹੜੀ ਸਰਕਾਰ ਨੂੰ ਇਹ ਚੀਜ਼ਾਂ ਬਹੁਤ ਕਲੀਅਰ, ਪਾਪੂਲਿਜ਼ਮ ਜ਼ਿਆਦਾ ਓਵਰ ਪਾਪੂਲਿਜ਼ਮ ਦੇ ਵਿੱਚ ਜਾਣ ਦੇ ਬਜਾਏ ਇਹਨਾਂ ਨੂੰ ਆਪਣੀ ਜਿਹੜੀ ਸਟਰੈਂਥ ਹੈਗੀ ਆ ਵੀ ਭਾਈ ਦੇਖੋ ਆ ਸਾਡੀ ਕਪੈਸਿਟੀ ਆ, ਰਿਸੋਰਸਿਸ ਕਿੱਥੋਂ ਲਿਆਉਣਗੇ, ਪੈਸੇ ਕਿੱਥੋਂ ਲਿਆਉਣਗੇ, ਜਾਂ ਵੇਚਣੀ ਵੀ ਆ, ਘਰ ਤੇ ਰੱਖਣੀ ਨਹੀਂ ਗੀ ਵੀ ਇਹ ਸਰਕਾਰ ਨੇ ਆਪਣੇ ਘਰ ਉੱਥੇ ਜਿਹੜੀ ਹੈਗੀ ਆ ਇਹ ਲੰਗਰ ਲਾਉਣਾ ਵਾ, ਜਾਂ ਆਪਣੇ ਡਿਪਾਰਟਮੈਂਟਾਂ ਨੂੰ ਭੇਜਣੀ ਆ, ਜਾਂ ਕਿੰਨੀ ਕੁ ਜਿਹੜੀ ਕੰਜ਼ੰਪਸ਼ਨ ਵਾਸਤੇ ਰੱਖ ਸਕਦੇ ਆ ਜਿਹੜੇ ਇਹਨਾਂ ਦੇ ਹੋਰ ਹੈਗੇ ਏਰੀਆ ਜਿੱਦਾਂ ਜੇਲ੍ਹਾਂ ਵਾਲਾ ਕੰਮ ਹੈਗਾ ਉੱਥੇ ਲੋੜ ਪੈਂਦੀ ਹੋਊਗੀ, ਹੋਰ ਦੂਸਰੇ ਤੀਸਰੇ ਪਾਸੇ ਲੋੜ ਪੈਂਦੀ ਹੋਊਗੀ, ਮੰਡੀ ਨਾਲ ਕੀ ਲਿੰਕੇਜ ਆ, ਕਿਹੜਾ ਇਹਨਾਂ ਕੋਲ ਇੱਕ ਖਾਸ ਕਰਕੇ ਸਟਰਕਚਰ ਹੈਗਾ ਵਾ ਜਿਹੜਾ ਸਰਕਾਰ ਨੂੰ ਮੰਡੀ ਦੇ ਨਾਲ ਸੰਬੰਧ ਬਣਾ ਕੇ ਰੱਖਦਾ ਵਾ, ਕਿਹੜਾ ਮਿਨਿਸਟਰ ਵਾ, ਕਿਹੜੀ ਇੰਸਟੀਟਿਊਸ਼ਨਸ ਹੈਗੀ ਆ, ਕਿ ਮਾਰਕੀਟ ਕੋਲ ਇੰਨੇ ਰਿਸੋਰਸਿਸ ਹੈਗੇ ਆ, ਜਾਂ ਹੋਰ ਜਿਹੜੀਆਂ ਪਨਗ੍ਰੇਨ ਵਾਲੀਆਂ ਚੀਜ਼ਾਂ ਹੈਗੀਆਂ, ਕਿ ਜਾਂ ਇਹਨਾਂ ਨੇ ਕੋਈ ਇਸ ਚੀਜ਼ ਨੂੰ ਖਰੀਦਣ ਵਾਸਤੇ, ਕਾਟਨ ਵਾਸਤੇ, ਆਇਲ ਸੀਡ ਵਾਸਤੇ ਜਾਂ ਪਲਸਿਸ ਵਾਸਤੇ ਕੋਈ ਨਵਾਂ ਢਾਂਚਾ ਤਿਆਰ ਕੀਤਾ। ਇਹ ਨਹੀਂ ਸੀ ਹੋਣਾ, ਇਹ ਖਲਾਰਾ ਪੈਣਾ ਹੀ ਪੈਣਾ ਸੀਗਾ। ਤਾਂ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਇਹ ਆਪਣੇ ਬਣਾਏ ਜਾਲ 'ਚ ਹੀ ਫਸ ਗਏ। ਠੀਕ ਆ, ਪਹਿਲੋਂ ਜੇ ਤਾਂ ਰੇਟ ਬਹੁਤ ਉੱਚਾ ਰਹਿੰਦਾ, ਕਿਉਂਕਿ ਸਰਕਾਰ ਨੇ ਪਿਛਲੇ ਸਮੇਂ ਦੇ ਵਿੱਚ ਰੇਟ ਕਾਫੀ ਵਧਾਏ, ਕਿਉਂਕਿ ਰੇਟ ਜਿਹੜੇ ਓਵਰਆਲ ਜਿਹੜੇ ਵੱਧ ਗਏ ਆ। ਸਾਡੀ ਸਮੱਸਿਆ ਹੈ ਕਿ ਜਿਹੜਾ ਸਾਡਾ ਕਾਰਪੋਰੇਟ ਹੈਗਾ ਖਰੀਦ ਲੈਣਗੇ, ਅਡਾਨੀ ਅਬਾਨੀ ਰਾਤੋਂ ਰਾਤ ਪੰਜਾਬ ਦੀ ਖਰੀਦ ਲੈਣਗੇ ਉਹ ਇਹ ਰੇਟ, ਕਿਉਂਕਿ ਮਾਰਕੀਟ ਦੇ ਵਿੱਚ ਰੇਟ ਬਹੁਤ ਉੱਚਾ ਵਾ। ਪਰ ਇਸ ਮਾਮਲੇ ਦੇ ਵਿੱਚ ਖਾਸ ਕਰਕੇ ਜਦੋਂ ਪੰਜਾਬ ਦੀ ਗੱਲ ਆਉਂਦੀ ਆ, ਕਿਸਾਨਾਂ ਦੇ 3 ਬਿੱਲਾਂ ਵਾਲੀ ਗੱਲ ਆਉਂਦੀ ਆ, ਭੁੱਲੇ ਨਹੀਂ ਅਜੇ ਰੜਕਦੀ ਆ ਇਹ ਸਾਰੇ ਕਿਸਾਨਾਂ ਦੇ ਜਿਹੜਾ ਉਹ ਸੰਘਰਸ਼ ਸੀਗਾ ਜਿਹਦੇ ਵਿੱਚ 3 ਬਿੱਲ ਵਾਪਸ ਕੀਤੇ ਆ। ਇਹੀ ਕੰਮ ਤਾਂ ਅਡਾਨੀ ਅਬਾਨੀ ਹੋਣਾ ਕਰਨਾ ਸੀਗਾ ਜਾਂ ਹੋਰਾਂ ਕਾਰਪੋਰੇਟ ਨੇ ਕਰਨਾ ਸੀਗਾ ਕਿ ਉਹ ਆਪ ਬੀਜਦੇ, ਆਪੇ ਮੁੜ ਕੇ ਮੰਡੀ 'ਚ ਲੈ ਕੇ ਜਾਂਦੇ, ਆਪੇ ਉਹਦੀ ਪੈਕੇਜਿੰਗ ਕਰਦੇ। ਸੋ ਮੇਰਾ ਕਹਿਣ ਤੋਂ ਭਾਵ ਹੈ ਕਿ ਸਰਕਾਰ ਵਾਸਤੇ ਇੱਕ ਨਸੀਹਤ, ਖੈਰ ਇਹਨਾਂ ਨੂੰ ਕੀ ਕਹਿਣਾ ਵਾ, ਕਿ ਇਹਨਾਂ ਨੂੰ ਚਾਹੀਦਾ ਹੈ ਕਿ ਇਹ ਆਪਣਾ ਪਹਿਲੋਂ ਆਪਣਾ ਜਿਹੜਾ ਚਾਦਰ ਵੇਖਣ, ਕੋਈ ਵੀ ਫੈਸਲਾ ਕਰਨ ਤੋਂ ਪਹਿਲੋਂ, ਕੋਈ ਵੀ ਲਾਰਾ ਲਾਉਣ ਤੋਂ ਪਹਿਲੋਂ ਵੀ ਤੁਹਾਡੀ ਕਪੈਸਿਟੀ ਕੀ। ਹੁਣ ਪੁਰਾਣਾ ਜ਼ਮਾਨਾ ਸੀਗਾ ਕਿ ਇਸ ਸਮੇਂ 'ਚ ਹੁੰਦਾ ਸੀਗਾ 5 ਸਾਲਾਂ ਬਾਅਦ ਵੋਟਾਂ ਵੇਲੇ ਬਾਪੂ ਕਹਿੰਦੇ ਮਗਰੋਂ ਸਾਡੀ ਸਾਰ ਨਾ ਲੈਂਦੇ, ਪਿੱਛੋਂ ਹੌਲੀ ਹੌਲੀ ਭੋਗਾਂ ਭਾਗਾਂ ਦੇ ਜਾਣੇ ਸ਼ੁਰੂ ਹੋ ਗਏ, ਜਾਂ ਜੋ ਮਰਜ਼ੀ ਮੈਨੀਫੈਸਟੋ 'ਚ ਲਿਖ ਦਿਓ, ਜੋ ਮਰਜ਼ੀ ਵਾਅਦਾ ਕਰ ਦਿਓ, ਉਹਦੇ ਕੋਈ ਪਰਵਾਹ ਨਹੀਂ ਕਰਦਾ। ਹੁਣ ਇਹ ਗੱਲ ਨਹੀਂ ਹੈਗੀ, ਲੋਕੀ ਹੁਣ ਤੇ ਸੰਗੀ ਤੋਂ ਫੜਦੇ ਆ ਕਿ ਤੂੰ ਗੱਲ ਕਹੀ ਕਿ ਨਹੀਂ। ਦੂਸਰਾ, ਸਾਡੇ ਕੋਲ ਹੁਣ ਡਿਜੀਟਲ ਪ੍ਰਿੰਟਸ ਹੈਗੇ ਆ, ਇਲੈਕਟ੍ਰੋਨਿਕ ਪ੍ਰਿੰਟਸ ਹੈਗੇ ਆ, ਤੁਹਾਡੇ ਮੂੰਹ 'ਚੋਂ ਜਾਂ ਮੇਰੇ ਮੂੰਹ 'ਚੋਂ ਜਾਂ ਇਹਨਾਂ ਦੇ ਮੂੰਹ 'ਚੋਂ ਨਿਕਲੀ ਕੋਈ ਵੀ ਗੱਲ ਜਿਹੜੀ ਹੈਗੀ ਆ ਉਹਨੂੰ ਇਹ ਝੁਠਲਾ ਨਹੀਂ ਸਕਦੇ। ਸੋ ਮੇਰਾ ਕਹਿਣ ਤੋਂ ਭਾਵ ਇਹ ਹੈਗਾ ਕਿ ਇਹਨਾਂ ਨੂੰ ਇਹ ਸਾਰਾ ਜਿਹੜਾ ਫਰੇਮਵਰਕ ਹੈ, ਬ੍ਰੌਡਰ ਕੰਟੈਕਸਟ, ਕੀ ਕਰ ਸਕਦੇ ਆ ਕੀ ਨਹੀਂ ਕਰ ਸਕਦੇ, ਕੀ ਖਰੀਦ ਸਕਦੇ ਆ ਕੀ ਨਹੀਂ ਖਰੀਦ ਸਕਦੇ, ਹਾਂ ਰਿਸੋਰਸਿਸ ਹੁਣ ਕੱਲ ਨੂੰ ਇਹਨਾਂ ਕੋ ਮੰਨ ਲਓ 1000 ਕਰੋੜ ਰੁਪਇਆ ਰੱਖਣੇ ਦੇ ਵਾਸਤੇ 2000 ਕਰੋੜ ਰੁਪਇਆ ਰੱਖਣ, ਪਰ ਉਹ 2000 ਕਰੋੜ ਰੱਖ ਕੇ ਮੁੜ ਕੇ ਫਿਰ ਇਹਨਾਂ ਵੀ ਇੰਸਪੈਕਟਰ ਹੀ ਵੇਚ ਕੇ ਖਾ ਜਾਣੇ ਇਹਨਾਂ ਦੇ, ਉਹ ਵੀ ਸਾਰੇ ਗਦਾਮ ਹੀ ਵੇਚਣ ਡਏ ਆ ਹੈ, ਜਾਂ ਉਹਦੇ ਵਿੱਚੋਂ ਹੋਰ ਜਿਹੜਾ ਉਹਨੂੰ ਖਰਾਬ ਕਰਕੇ ਮੁੜ ਕੇ ਜਿਹੜਾ ਸਸਤੇ ਰੇਟ ਤੇ ਵੇਚ ਦੇਣ। ਕਿਉਂਕਿ ਪੰਜਾਬ ਇਸ ਵੇਲੇ ਕਿਸੇ ਵੀ ਲੈਵਲ ਦੇ ਉੱਤੇ ਘਾਟਾ ਖਾਣ ਦੇ ਪੋਜੀਸ਼ਨ 'ਚ ਨਹੀਂ ਹੈਗਾ। ਜਿਸ ਤਰੀਕੇ ਨਾਲ ਕਰਜ਼ੇ ਦੀ ਆਪਾਂ ਗੱਲ ਕਰਦੇ ਹਾਂ, ਜਿਸ ਤਰੀਕੇ ਨਾਲ ਲੋਕਾਂ ਦੀਆਂ ਆਸਾਵਾਂ ਹੈਗੀਆਂ ਵਾ, ਇੱਕ ਸਟੈਪ ਬਾਈ ਸਟੈਪ ਅੱਗੇ ਮੂਵ ਕਰਨ ਦੇ ਨਾਲ ਹੀ ਇਹ ਸਾਰੀ ਚੀਜ਼ ਪੋਸੀਬਲ ਹੋ ਸਕਦੀ ਹੈ। ਹਾਂ, ਇਹ ਲੋਕ ਸਮਝਦੇ ਗੱਲ ਨੂੰ, ਪਰ ਜਦੋਂ ਤੁਸੀਂ ਚੜ ਕੇ ਸਟੇਜਾਂ ਦੇ ਉੱਤੋਂ ਉਹਦੇ ਉੱਤੇ ਅਖਬਾਰਾਂ ਦੇ ਵਿੱਚ ਵੱਡੇ ਵੱਡੇ ਇਸ਼ਤਿਹਾਰ ਦੇ ਕੇ ਗੱਲ ਹੀ ਕੋਈ ਨਹੀਂ ਹੈ, ਫਿਰ ਉਦੋਂ ਤਾਂ ਸਮੱਸਿਆ ਫਿਰ ਆਉਣੀ ਆ, ਜਿਹੜੀ ਸਮੱਸਿਆ ਉਹਨੇ ਫੇਸ ਕਰ ਰਹੇ ਆ। ਪ੍ਰੋਫੈਸਰ, ਇੱਕ ਹੋਰ ਗੱਲ, ਮੁੱਖ ਮੰਤਰੀ ਸਾਹਿਬ ਤਾਂ ਇਹ ਵੀ ਕਹਿੰਦੇ ਸੀ ਕਿ ਝੋਨੇ ਤੋਂ ਰਕਬਾ ਘਟਾਵਾਂਗੇ ਤਾਂ ਸਾਨੂੰ ਪਾਣੀ ਦਾ ਜਿਹੜਾ ਸਾਡੇ ਪਾਣੀ ਡੂੰਘੇ ਹੁੰਦੇ ਜਾ ਰਹੇ ਨੇ ਉਹਦੇ ਉੱਤੇ ਥੋੜਾ ਜਿਹਾ ਰਾਹਤ ਮਿਲੇਗੀ ਕੋਈ ਨਾ ਕੋਈ। ਪਰ ਇਧਰਲੇ ਪਾਸੇ ਕਿਸਾਨ ਜਿਹੜੇ ਨੇ ਉਹ ਇਸ ਮੁੱਦੇ ਨੂੰ ਲੈ ਕੇ ਵੀ ਕਹਿੰਦੇ ਪਾਣੀ ਬਚਾਉਣ ਦੇ ਲਈ ਸੰਘਰਸ਼ ਕਰਨਾ ਪੈਣਾ। ਚੰਡੀਗੜ੍ਹ ਗਏ ਸੀ ਕੱਲ, ਮੁਹਾਲੀ ਦੇ ਵਿੱਚ ਹੀ ਉੱਥੇ ਕਾਫੀ ਟਾਕਰਾ ਹੋਇਆ, ਸਰਕਾਰ ਨੇ ਸੁਣੀ ਨਹੀਂ। ਉਹ ਕਹਿੰਦੇ ਕਿ ਡੈਮ ਸਿਕਿਉਰਿਟੀ ਐਕਟ ਤੇ ਹੋਰ ਮੁੱਦੇ ਜਿਹੜੇ ਨੇ ਉਹ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣੇ ਨੇ, ਕਿ ਇਹਨਾਂ ਵੱਲ ਵੀ ਧਿਆਨ ਦਿਓ।
ਅਸਲ 'ਚ ਨਾ ਸੁਖਵਿੰਦਰ ਜੀ, ਸਮੱਸਿਆ ਕਾਫੀ ਡੂੰਘੀ ਹੋ ਚੁੱਕੀ ਹੈ ਔਰ ਬੜੇ ਲੰਮੇ ਸਮੇਂ ਤੋਂ। ਇਹ ਬਹੁਤ ਅਨਫੋਰਚੂਨੇਟ ਆ ਕਿ ਰਾਜ ਕਰਨ ਵਾਲੀਆਂ ਧਿਰਾਂ ਨੇ ਖਾਸ ਕਰਕੇ 80 ਤੋਂ ਬਾਅਦ 80 ਤੇ ਬਹੁਤ ਲੰਮਾ ਸਮਾਂ ਪ੍ਰੈਜ਼ੀਡੈਂਟ ਰੂਲ ਹੀ ਰਿਹਾ। 92 ਤੋਂ ਬਾਅਦ ਇਹਨਾਂ ਬੇਸਿਕ ਇਸ਼ੂ ਵਾਲੇ ਪਾਸੇ ਧਿਆਨ ਨਹੀਂ ਦਿੱਤਾ। 98 ਦੇ ਵਿੱਚ ਮੇਰੇ ਖਿਆਲ ਬਾਦਲ ਸਾਹਿਬ ਨੇ ਨਹਿਰਾਂ ਦਾ ਉਸ 200 ਕਰੋੜ ਰੁਪਇਆ ਮਿਲਿਆ ਸੀ, ਉਹਨੇ ਟਰੈਕਟਰ ਚਲਾ ਕੇ ਤੇ ਉਹਨਾਂ ਨੂੰ ਆਪਣੀ ਵੱਲੋਂ ਕਹਿ ਦਿੱਤਾ ਵੀ ਨਹਿਰਾਂ ਠੀਕ ਕਰਨੇ ਆ। ਸਗੋਂ ਸਾਡੇ ਵੀ ਪਿੰਡ ਦੇ ਲਾਗੂ ਦੀ ਨਹਿਰ ਲੰਘਦੀ ਆ, ਉਹਨੂੰ ਟਰੈਕਟਰ ਚੱਲਦੇ ਹੁੰਦੇ ਸੀ ਜੀ, ਨਹਿਰਾਂ ਦੇ ਜਿਹੜਾ ਹੈਗਾ ਇਹਨੂੰ ਠੀਕ ਕਰਨਾ। ਇਹਨਾਂ ਨੇ ਸਾਰਾ ਜਿਹੜਾ ਉਹਦਾ ਫਲੋ ਸੀ ਪਾਣੀ ਦਾ ਉਹਨੂੰ ਡਿਸਟਰਬ ਕਰਤਾ। ਸ਼ਾਇਦ ਸਾਰੀਆਂ ਨਹਿਰਾਂ ਦਾ ਇਦਾਂ ਹੀ ਕੀਤਾ ਹੋਣਾ ਹਾਲ ਉਹਦੇ ਵਿੱਚੋਂ, ਇਨਟੇਕ ਘਟ ਗਈ। ਦੂਸਰੀ ਗੱਲ ਹੈਗੀ ਆ ਕਿ ਜਿਹੜਾ ਨਹਿਰੀ ਪਾਣੀ ਕਿਸੇ ਸਮੇਂ ਦੇ ਵਿੱਚ ਜਿਹੜਾ ਟੇਲ ਐਂਡ ਤੱਕ ਪਹੁੰਚਦਾ ਸੀਗਾ, ਕਿਉਂਕਿ ਟਿਊਬਵੈੱਲ ਆ ਗਏ, ਬਿਜਲੀ ਆ ਗਈ ਉਹਦੇ ਵਿੱਚੋਂ, ਔਰ ਫਿਰ ਬਿਜਲੀ ਫ੍ਰੀ ਆ ਗਈ ਉਹਦੇ ਵਿੱਚੋਂ, ਔਰ ਉਹਦੇ ਨਾਲ ਹੌਲੀ ਹੌਲੀ ਜਿਹੜਾ ਸੀ ਇਹ ਪਾਣੀ ਸੀ ਜਿਹੜਾ ਸੀ ਇਹ ਆਪਣੇ ਆਪ ਹੀ ਖਤਮ ਹੋਣਾ ਸ਼ੁਰੂ ਹੋ ਗਿਆ ਕੁਝ ਕੁਦਰਤੀ ਕਾਰਨਾਂ ਕਰਕੇ। ਦੂਸਰਾ ਇਹ ਹੈਗਾ ਸੀਗਾ ਕਿ ਸਾਡੀ ਅਰਬਨ ਪਾਪੂਲੇਸ਼ਨ ਜਿਹੜੀ ਉਸ ਪਾਸੇ ਵੱਲ ਨਹੀਂ ਧਿਆਨ ਦਿੱਤਾ ਜਾਂਦਾ। ਸਾਰਾ ਧਿਆਨ ਜਿਹੜਾ ਵਾ ਉਹ ਖੇਤੀਬਾੜੀ ਦੇ ਉੱਤੇ ਪਾਣੀ ਦੇ ਕੰਜ਼ੰਪਸ਼ਨ ਦੀ ਆਪਾਂ ਗੱਲ ਕਰਦੇ ਹਾਂ। ਜਿਹੜੀ ਸ਼ਹਿਰ ਦੇ ਵਿੱਚ ਕੰਜ਼ੰਪਸ਼ਨ ਹੋ ਰਹੀ ਉਹਦੇ ਬਾਰੇ ਕੋਈ ਗੱਲ ਹੀ ਨਹੀਂ ਕਰਦਾ। ਇਹ ਉੱਦਾਂ ਦੀ ਗੱਲ ਹੈਗੀ ਆ ਜਿੱਦਾਂ ਕਹਿੰਦੇ ਸੀ ਵੀ ਪਰਾਲੀ ਦਾ ਧੂੰਆਂ ਬਹੁਤ ਹੁੰਦਾ ਜੀ, ਪਰਾਲੀ ਕਰਕੇ ਧੂੰਆਂ ਹੁੰਦਾ। ਜਦੋਂ ਜਿਹੜੀ ਇੱਕ ਐਕਸਪਰਟ ਕਮੇਟੀ ਬਣੀ ਉਹਨੇ ਕਿਹਾ 5-10% ਪਰਾਲੀ ਦਾ, ਬਾਕੀ ਤਾਂ ਤੁਹਾਡਾ ਦੂਸਰਾ ਪੋਲਿਊਸ਼ਨ ਹੈਗਾ ਉਹਦੇ ਵਿੱਚੋਂ। ਪਾਣੀ ਦੀ ਲੋੜ ਬਹੁਤ ਆ, ਪਾਣੀ ਬਹੁਤ ਡੂੰਘਾ ਹੋ ਗਿਆ। ਸਰਕਾਰਾਂ ਸਲੋਗਨਸ ਦਿੰਦੀਆਂ ਵਾ। ਝੋਨਾ ਇਹ ਠੀਕ ਹੈਗਾ ਕਿ ਸਮੇਂ 'ਚ ਪਹਿਲੇ ਸਾਡੇ ਐਗਰੀਕਲਚਰ ਸਾਇੰਟਿਸਟ ਨੇ ਵੀ ਕਿਹਾ ਹੈਗਾ ਵੀ ਇਹਨੂੰ ਛੱਡ ਦਈਏ ਥੋੜੇ ਸਮੇਂ ਲਈ, ਪਰ ਅਸੀਂ ਇੰਨੇ ਵਿਸ਼ਿਅਸ ਸਰਕਲ ਦੇ ਵਿੱਚ ਫਸ ਚੁੱਕੇ ਹਾਂ ਕਿ ਅਸੀਂ ਉਹ ਤੋਂ ਨਿਕਲਣਾ ਬਹੁਤ ਔਖਾ ਹੈ। ਸਰਕਾਰਾਂ ਆਮ ਤੌਰ ਤੇ ਤੁਸੀਂ ਦੇਖੋ ਨਾ, ਹੋਰ ਫਸਲਾਂ ਦੇ ਵੀ ਰੇਟ ਹੈਗੇ ਆ, ਜਿੰਨੀਆਂ 20-21 ਫਸਲਾਂ ਹੋਰ ਹੈਗੀਆਂ, ਕਦੀ ਕਿਸੇ ਨੂੰ ਰੇਟ ਮਿਲਿਆ ਉਹਦਾ, ਕਦੀ ਰੇਟ ਨਹੀਂ ਮਿਲਦਾ। ਝੋਨਾ ਅਸੀਂ ਤਾਂ ਬੀਜਦੇ ਹਾਂ ਕਿ ਉਦੋਂ ਸਾਡਾ ਅਸੀਂ ਡੰਡਾ ਚੜਾ ਲੈਂਦੇ ਸਾਰੇ ਇਕੱਠੇ ਹੋ ਕੇ, ਪ੍ਰੈਸ਼ਰ ਪਾ ਲੈਂਦੇ ਹਾਂ। ਦੂਸਰਾ ਹੈਗਾ ਕਿ ਇਹਦੀ ਖਾਦ ਪਦਾਰਥ ਦੀ ਦੇਸ਼ ਨੂੰ ਲੋੜ ਹੈ। ਅਸੀਂ ਆਪਣੀ ਕਾਸਟ ਦੇ ਉੱਤੇ ਇਹਦਾ ਢਿੱਡ ਭਰਨੇ। ਅੱਜ ਪੰਜਾਬ ਜਿਹੜਾ ਇਹ ਬੰਦ ਕਰ ਦੇਵੇ ਝੋਨਾ, ਤੇ ਇਹਦੀ ਕਿੰਨੀ ਕੰਟਰੀਬਿਊਸ਼ਨ ਹੈ? ਮੈਂ ਕਿਹਾ 25-30% ਜਿਹੜੀ ਨੈਸ਼ਨਲ ਪੂਲ ਦੇ ਵਿੱਚ ਇਹਦੀ ਕੰਟਰੀਬਿਊਸ਼ਨ ਹੈਗੀ ਆ। ਉਹਦੇ ਵਿੱਚੋਂ ਜਿਹੜੀ ਗੱਲ ਤੁਸੀਂ ਕੀਤੀ ਆ ਕਿ ਕਿਸਾਨ, ਹਾਂ ਪਿਛਲੇ ਸਮੇਂ ਦੇ ਵਿੱਚ ਸਾਰੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਅਗਾਂਹ ਵਧੂ ਕਿਸਾਨ ਜਥੇਬੰਦੀਆਂ, ਮੈਂ ਰਿਐਕਸ਼ਨਰੀ ਦੀ ਗੱਲ ਨਹੀਂ ਕਰਦਾ, ਉਹਨਾਂ ਨੇ ਇਹਦੇ ਉੱਤੇ ਬਹੁਤ ਮੰਥਨ ਕੀਤਾ ਹੈ। ਜਿਨ੍ਹਾਂ 'ਚੋਂ ਖਾਸ ਕਰਕੇ ਤੁਸੀਂ ਕਿਰਤੀ ਕਿਸਾਨ ਵਾਲੇ ਦੀ ਗੱਲ ਕਰਦੇ ਹੋ, ਜਿਹੜੇ ਆਪਣੇ ਉਹ ਢੁੱਡੀ ਕਿਆਂ ਵਾਲੇ ਹੈਗੇ ਨਿਰਪੈ ਹੁਣੀ, ਉਹਨਾਂ ਦੀ ਗੱਲ ਕਰਦੇ ਹੋ। ਇਹਨਾਂ ਦਾ ਪਿੱਛੇ ਅੰਮ੍ਰਿਤਸਰ ਦੇ ਵਿੱਚ ਵੀ ਹੋਇਆ ਸੀਗਾ, ਜਾਂ ਉਗਰਾਹਾਂ ਵਾਲਿਆਂ ਨੇ ਤਾਂ ਬਹੁਤ ਪਹਿਲੋਂ ਕਹਿ ਦਿੱਤਾ ਸੀਗਾ ਵੀ ਅਸੀਂ ਇਹ ਹੱਕ ਦੇ ਵਿੱਚ ਆ, ਸਾਨੂੰ ਆਲਟਰਨੇਟਿਵ ਦੇ ਦਿਓ, ਵੇ ਆਊਟ ਦੇ ਦਿਓ। ਪਰ ਸਮੱਸਿਆ ਵੇ ਆਊਟ ਇੰਨਾ ਸੌਖਾ ਨਹੀਂ ਹੈ ਸੁਖਵਿੰਦਰ ਜੀ। ਜ਼ਮੀਨਾਂ ਦਾ ਸਾਈਜ਼ ਬਹੁਤ ਘਟ ਗਿਆ, ਕਿਸਾਨੀ ਕੋਲ ਪਹਾੜ ਜਿੱਡਾ ਜਿਹੜਾ ਹੈਗਾ ਸਮੱਸਿਆ ਜਿਹੜੀਆਂ ਸਾਹਮਣੇ ਪਈਆਂ ਹੈਗੀਆਂ, ਉਹ ਕਿਹੜੇ ਪਾਸੇ ਜਾਣ? ਇਹ ਗੱਲ ਹੈਗੀ ਕਿ ਜਿਹੜੇ ਤੇ ਬੰਦੇ ਥੋੜੇ ਠੀਕ ਠਾਕ ਸੀ ਉਹ ਕਿਸਾਨੀ ਚੋਂ ਨਿਕਲ ਗਿਆ। ਕਿਸਾਨੀ ਦਾ ਨਾਂ ਤੇ ਵਰਤੀ ਜਾਂਦੇ ਆ, ਪਰ ਉਹ ਕਿਸਾਨ ਅਸਲ 'ਚ ਕਿਸਾਨ ਹੈ ਨਹੀਂ ਗੇ, ਸਬਸਿਡੀ ਲੈਂਡ ਲੋਡ ਬਣ ਗਏ, ਦੂਸਰੇ ਪਾਸੇ ਬਣ ਗਏ। ਪਰ ਇੱਕ ਵੱਡਾ ਤਬਕਾ ਹੈਗਾ ਵਾ ਕਿ ਜਿਹੜਾ ਉੱਥੇ ਹੀ ਫਸਿਆ ਪਿਆ ਵਾ, ਜਿਹੜਾ 5 ਕਿੱਲਿਆਂ ਵਾਲਾ ਵਾ, 4 ਕਿੱਲਿਆਂ ਵਾਲਾ ਵਾ, ਜਾਂ ਥੋੜੇ ਹੋਰ ਲਾ ਲਓ 7-8 ਕਿੱਲਿਆਂ ਵਾਲਾ ਹੈਗਾ, ਉਹਦੀ ਸਮੱਸਿਆ ਬਹੁਤ ਵੱਡੀ ਹੋਈ ਜਾਂਦੀ ਦਿਨੋਂ ਦਿਨ। ਔਰ ਉਹਦੇ ਵਾਸਤੇ ਖਾਸ ਕਰਕੇ ਕਿਉਂਕਿ ਪਾਣੀ ਇੱਕ ਇਨਗਰੀਡੀਅੰਟ ਦੇ ਤੌਰ ਤੇ ਬਹੁਤ ਇੰਪੋਰਟੈਂਟ ਹੈਗਾ, ਝੋਨੇ ਵਾਸਤੇ ਬਹੁਤ ਇੰਪੋਰਟੈਂਟ ਹੈਗਾ। ਬਾਕੀ ਫਸਲਾਂ ਸੀ ਤੁਸੀਂ ਦੇਖੋ ਨਾ, ਮਾਲ ਵਿੱਚ ਕੀ ਹੁੰਦਾ ਸੀ? ਕਪਾਹ ਹੁੰਦੀ ਸੀਗੀ ਪਹਿਲੇ ਸਮੇਂ ਦੇ ਵਿੱਚ, ਜਾਂ ਉਹ ਤੋਂ ਥੋੜੇ ਹੋਰ ਲੰਮੇ ਸਮੇਂ ਤੋਂ ਵੇਖੀਏ, ਜੋ ਕਪਾਹ ਵਾਲੇ ਕਿਸਾਨਾਂ ਦਾ ਹਾਲ ਹੋਇਆ ਵਾ ਉਹ ਕਿਸੇ ਦਾ ਵੀ ਨਹੀਂ ਹੋਇਆ। ਉੱਥੇ ਅਨਸਰਟਨਟੀ ਬਹੁਤ ਜ਼ਿਆਦਾ ਹੈਗੀ, ਹੋਣੀ ਕਿ ਨਹੀਂ ਹੋਣੀ। ਝੋਨਾ ਤੁਸੀਂ ਲਾਉਂਦੇ, ਤੁਹਾਨੂੰ ਪਤਾ ਹੁੰਦਾ ਵੀ ਇਹ ਹੋ ਜਾਣਾ ਵਾ, ਇਹ 'ਚ ਕੋਈ ਬਹੁਤ ਵੱਡੀ ਸਮੱਸਿਆ ਨਹੀਂ। ਕਿਸਾਨ ਉਸ ਫਸਲ ਨੂੰ ਪ੍ਰਾਇਰਟੀ ਦਿੰਦਾ ਵਾ ਜਿਹੜੀ ਫਸਲ ਬਾਰੇ ਉਹਨੂੰ ਸ਼ੋਰਟੀ ਹੁੰਦੀ ਵੀ ਇਹਨੂੰ ਮੈਨੂੰ ਕੋਈ ਨਾ ਕੋਈ ਰਿਟਰਨ ਮਿਲ ਜਾਊਗਾ। ਦੂਸਰੀ ਗੱਲ ਹੈਗੀ ਕਿ ਪਾਣੀ ਵਾਕਿਆ ਹੀ ਉਹਨੂੰ ਜ਼ਰੂਰਤ ਹੈਗੀ ਪਾਣੀ ਦੀ। ਔਰ ਇਹ ਸਵਾਲ ਇੰਨਾ ਛੋਟਾ ਸਵਾਲ ਨਹੀਂ ਗਾ, ਨਾ ਤਾਂ ਇਹ ਦੂਸਰਾ ਇਕੱਲਾ ਭਗਵੰਤ ਮਾਨ ਦੇ ਵੱਸ ਦਾ ਰੋਗ ਹੈਗਾ। ਤੁਸੀਂ ਦੇਖਿਆ ਕਿ ਪਹਿਲੇ ਸਮੇਂ ਤੋਂ ਜਿਹੜੀ ਪਾਲਿਸੀ ਤੁਸੀਂ ਗੱਲ ਕੀਤੀ ਹੈ ਕਿ ਕਿਸ ਤਰੀਕੇ ਦੇ ਨਾਲ ਭਾਖੜਾ ਡੈਮ ਦੇ ਵਿੱਚੋਂ ਜਿਹੜਾ ਪੰਜਾਬ ਦਾ ਇੱਕ ਹਰਿਆਣੇ ਦਾ ਹੁੰਦਾ ਸੀ, ਪੰਜਾਬ ਦਾ ਸ਼ਾਇਦ ਇਰੀਗੇਸ਼ਨ ਦਾ ਬੰਦਾ ਸੀਗਾ, ਉਹਨੂੰ ਬਾਹਰ ਕੱਢ ਕੇ ਰੱਖ ਦਿੱਤਾ ਉਹਦੇ 'ਚੋਂ। ਦੂਸਰੇ ਸਾਡੇ ਪੈਂਡਿੰਗ ਜਿਹੜੇ ਹੈਗੇ ਡੈਮਸ ਹੈਗੇ ਆ, ਸ਼ਾਹਪੁਰ ਕੰਢੀ ਦਾ ਕਦੋਂ ਡੈਮ ਜਿਹੜਾ ਵਾ ਬਣਨਾ ਸ਼ੁਰੂ ਹੋ ਗਿਆ, ਜਾਂ ਹੋਰ ਜਿਹੜੀ ਸਾਡੀ ਵਾਟਰ ਮੈਨੇਜਮੈਂਟ ਹੈਗੀ ਉਹ ਕਿੱਥੇ ਖੜੀ ਉਹਦੇ ਵਿੱਚੋਂ। ਸਟੇਟ ਕੋਲ ਨੇ ਰਿਸੋਰਸਿਸ ਨਹੀਂ ਹੈ, ਹੜ੍ਹ ਜਦੋਂ ਪੈਂਦੇ ਸਾਰਾ ਪਾਣੀ ਅਗਲੇ ਪਾਸੇ ਨਿਕਲ ਜਾਂਦਾ ਵਾ। ਤੇ ਮੈਨੂੰ ਇਹ ਲੱਗਦਾ ਕਿ ਕਿਸਾਨਾਂ ਨੇ ਇਨੀਸ਼ੀਏਟਿਵ ਲਿਆ, ਬਹੁਤ ਵਧੀਆ ਹੈ, ਕਿਸਾਨਾਂ ਨੇ ਰੇਜ਼ ਕੀਤਾ। ਪਰ ਭਗਵੰਤ ਮਾਨ ਇਹਨੂੰ ਕਿਸ ਹੱਦ ਤੱਕ ਸਵਾਏ ਗੱਲਾਂ ਬਾਤਾਂ ਤੋਂ, ਸਵਾਏ ਉਹਨਾਂ ਨੂੰ ਕਹਿਣ ਵਾਸਤੇ, ਕਿਉਂਕਿ ਉਹ ਇਕੱਲਾ ਤਾਂ ਕੁਛ ਇਸ ਮਾਮਲੇ ਦੇ ਵਿੱਚ ਉਹਦੇ ਵੱਸ ਦਾ ਰੋਗ ਨਹੀਂ ਹੈਗਾ, ਹੋਰ ਮਸਲੇ ਬਹੁਤ ਸਾਰੇ ਹੈਗੇ ਆ। ਪਰ ਕਿਉਂਕਿ ਕਿਸਾਨ ਰੇਜ਼ ਕਰ ਰਹੇ, ਮੈਨੂੰ ਲੱਗਦਾ ਵੀ ਕਿਸਾਨਾਂ ਨੂੰ ਹੀ ਬੈਠ ਕੇ ਇਹਦੇ ਨਾਲ ਕੋਈ ਨਾ ਕੋਈ ਆਲਟਰਨੇਟਿਵ ਲੱਭਣਾ ਪੈਣਾ। ਔਰ ਉਹ ਆਲਟਰਨੇਟਿਵ ਕੀ ਹੋ ਸਕਦਾ ਵਾ? ਪਹਿਲੀ ਗੱਲ ਤਾਂ ਵੀ ਇਹ ਸਰਕਾਰ ਨੂੰ ਕਿਸਾਨਾਂ ਦੇ ਨੁਮਾਇੰਦਿਆਂ ਨੂੰ ਆਪਣੀ ਐਡਵਾਈਜ਼ਰੀ ਕਾਉਂਸਲ ਦੇ ਵਿੱਚ ਪਾਉਣਾ ਚਾਹੀਦਾ ਹੈ। ਸਾਡੇ ਕੋਲ ਬਹੁਤ ਟੌਪ ਦੇ ਐਗਰੀਕਲਚਰ ਸਾਇੰਟਿਸਟ ਹੈਗੇ ਆ, ਸੋਇਲ ਸਾਇੰਟਿਸਟ ਹੈਗੇ ਆ, ਇਰੀਗੇਸ਼ਨ ਨਾਲ ਸੰਬੰਧਿਤ ਸਾਇੰਟਿਸਟ ਹੈਗੇ ਆ, ਉਹਨਾਂ ਨੂੰ ਬਿਠਾਉਣ ਉਹਦੇ ਵਿੱਚੋਂ।
ਪਰ ਸਮੱਸਿਆ ਹੈਗੀ ਆ ਕਮੇਟੀਆਂ ਬਣ ਜਾਂਦੀਆਂ, ਫਿਰ ਸਰਕਾਰਾਂ ਆਪਣੇ ਤਰੀਕੇ ਨਾਲ ਚੱਲਦੀਆਂ, ਬਿਊਰੋਕਰੇਟ ਆਪਣੇ ਤਰੀਕੇ ਨਾਲ ਚੱਲਦੇ ਉਹਦੇ ਵਿੱਚੋਂ। ਤਾਂ ਕਿਸਾਨਾਂ ਕੋਲ ਕੀ ਰਹਿ ਕੀ ਗਿਆ ਹੁਣ? ਉਹ ਜਦੋਂ ਰੇਸ ਕਰਦੇ ਆ, ਮੁੱਦੇ ਨੂੰ ਰੇਸ ਕਰਦੇ ਆ, ਇਹਦਾ ਮਤਲਬ ਵੀ ਉਹ ਚਾਹੁੰਦੇ ਆ, ਉਹ ਕੌਨਸ਼ੀਅਸ ਹੈਗੇ ਆ, ਉਹ ਕੰਸਰਨਡ ਹੈਗੇ ਆ, ਕਿਉਂਕਿ ਉਹਨਾਂ ਨੂੰ ਪਤਾ ਵੀ ਅਸੀਂ ਇੱਥੇ ਰਹਿਣਾ ਵਾ, ਅਸੀਂ ਇੱਥੇ ਜੀਣਾ ਵਾ, ਪਾਣੀ ਸਾਡੀ ਜਾਨ ਹੈਗੀ, ਅਸੀਂ ਇਹਨੂੰ ਬਚਾਉਣਾ ਵਾ, ਨਾਲ ਪਾਣੀ ਬਚਾਉਣਾ ਵਾ, ਨਾਲ ਅਸੀਂ ਆਪਣਾ ਲਾਈਵਲੀਹੁੱਡ ਵੀ ਬਚਾਉਣਾ ਵਾ। ਤਾਂ ਇਸ ਕਰਕੇ ਜਿਹੜਾ ਉਹਨਾਂ ਦਾ ਪ੍ਰੋਟੈਸਟ ਇਸੇ ਗੱਲ ਦੇ ਵਿੱਚ ਸੀਗਾ ਕਿ ਅਸੀਂ ਜਿਹੜਾ ਆਪਣੇ ਕੁਝ ਮੁੱਦੇ ਰੱਖਣੇ ਚਾਹੁੰਦੇ ਹਾਂ। ਮੇਰੇ ਖਿਆਲ 5 ਤਰੀਕ ਉਹਨਾਂ ਨੂੰ ਦੇ ਦਿੱਤੀ ਗੱਲਬਾਤ ਕਰਨ ਵਾਸਤੇ, ਪਰ ਇਹ ਇੱਕ ਧਿਰ ਦੇ ਨਾਲ ਨਹੀਂ ਹੈ। ਮੈਨੂੰ ਲੱਗਦਾ ਕਿ ਇੱਥੇ ਆਲ ਕਿਸਾਨ ਪਾਰਟੀ ਹੁਣ ਮੀਟਿੰਗ ਹੋਣੀ ਚਾਹੀਦੀ ਆ, ਦੂਸਰੀਆਂ ਪੋਲੀਟੀਕਲ ਪਾਰਟੀਆਂ ਨੂੰ ਨਾਲ ਲੈ ਲਓ, ਕੋਈ ਹਰਜ ਨਹੀਂ ਹੈਗਾ, ਉਹਨਾਂ ਨੇ ਉੱਥੇ ਕੀ ਬੋਲਣਾ, ਪਰ ਸਰਕਾਰ ਖੁੱਲੇ ਦਿਲ ਦੇ ਨਾਲ ਵੀ ਉਹਨਾਂ ਦੇ ਸਾਧਨ ਕਿੰਨੇ ਸੀਮਤ ਹੈਗੇ ਆ ਜਾਂ ਉਹ ਕੀ ਕਰ ਸਕਦੇ ਆ, ਜਾਂ ਜਿਹੜਾ ਏਜੰਡਾ ਉਹ ਲੋਕ ਰੱਖਦੇ ਆ, ਜਿੱਦਾਂ ਤੁਸੀਂ ਕਿਹਾ ਵੀ ਵਾਟਰ ਮੈਨੇਜਮੈਂਟ ਦੀ ਗੱਲ ਕਰਦੇ ਆ, ਭਾਖੜਾ ਦੀ ਉਹਨਾਂ ਨੇ ਗੱਲ ਕੀਤੀ ਆ, ਜਾਂ ਹੋਰ ਜਿਹੜੇ ਪ੍ਰੋਜੈਕਟ ਉਹਨਾਂ ਦੀ ਗੱਲ ਕੀਤੀ ਆ, ਜਾਂ ਦਰਿਆਈ ਪਾਣੀ ਦੀ ਗੱਲ ਕਰਦੀ ਹੈ, ਬਹੁਤ ਸੈਂਸਿਟਿਵ ਹੋ ਰਿਹਾ। ਤੁਸੀਂ ਦੇਖਿਆ ਕਿ SYL ਦਾ ਜਿਹੜਾ ਖਾਸ ਕਰਕੇ ਪਹਿਲੇ ਸਮੇਂ ਦੇ ਵਿੱਚ ਮੁੱਦਾ ਉੱਠਿਆ, ਉਹਨੂੰ ਕਿੱਦਾਂ ਰਿਐਕਟ ਕੀਤਾ ਗਿਆ ਅਗਲੇ ਪਾਸੇ ਵੱਲੋਂ, ਹਰਿਆਣੇ 'ਚੋਂ ਰਿਐਕਟ ਕਰਵਾਇਆ ਗਿਆ ਉਹਨੂੰ। ਅੱਛਾ, ਉਹ ਜਿਹੜਾ ਗਾਣਾ ਬੈਨ ਕਰਾਇਆ ਗਿਆ, ਤੁਸੀਂ ਦੇਖੋ ਨਾ ਵੀ ਸੈਂਟਰਲ ਗੌਰਮੈਂਟ ਜਾਂ ਕਿਸਾਨ ਬਹੁਤ ਸਿਆਣੇ ਇਹ ਮਾਮਲੇ ਦੇ ਵਿੱਚ, ਕਿ ਜਿਹੜੀ ਕਿਸਾਨਾਂ ਦੀ ਆਵਾਜ਼ ਸੀਗੀ, ਜਿਹੜੀ ਉਹ ਰੇਜ਼ ਕਰਦੇ ਸੀ ਇਹ ਕੰਸਰਨ, ਉਹਨੂੰ ਵੀ ਬੈਨ ਕਰ ਦਿੱਤਾ ਗਿਆ, ਤੇ ਜਿਹੜਾ ਇਹ ਮੁੱਦਾ ਠਾਇਆ ਸੀ ਉਹਨੂੰ ਵੀ ਬੈਨ ਕਰ ਦਿੱਤਾ। ਰਾਦਰ ਉਹਦੇ ਵਿੱਚ ਕਾਊਂਟਰ ਮੁੱਦੇ ਜਿਹੜੇ ਆ ਉਹਨਾਂ ਨੂੰ ਤੁਸੀਂ ਹਵਾ ਦੇਈ ਜਾਣਦੇ ਹੋ। ਤੋ ਇਸ ਕਰਕੇ ਇੱਕ ਕਿਸਾਨ ਜਥੇਬੰਦੀ ਠਾਉਂਦੀ ਆ, ਬਹੁਤ ਚੰਗੀ ਗੱਲ ਆ, ਕਿਸੇ ਨਾ ਕਿਸੇ ਨੂੰ ਲੀਡ ਲੈਣੀ ਪੈਣੀ ਆ। ਮੈਨੂੰ ਲੱਗਦਾ ਵੀ ਕਿਸਾਨਾਂ ਨੂੰ, ਪੰਜਾਬ ਦੇ ਕਿਸਾਨਾਂ ਨੂੰ ਇਹਦੇ ਵਿੱਚ ਸਾਰਿਆਂ ਨੂੰ ਬੈਠ ਕੇ ਆਪਣਾ ਜਿਹੜਾ ਏਜੰਡਾ ਹੈਗਾ, ਜੇ ਜੋ ਉਹਨਾਂ ਨੂੰ ਲੱਗਦਾ ਵੀ ਇਸ ਤਰੀਕੇ ਨਾਲ ਅਸੀਂ ਇਹ ਮਸਲੇ ਹੱਲ ਕਰ ਸਕਦੇ ਆ, ਉਹ ਲਿਖ ਕੇ ਦੇਣਾ ਚਾਹੀਦਾ। ਗੱਲਬਾਤ ਉੱਥੇ ਹੁੰਦੀ ਆ, ਮੈਨੂੰ ਨਹੀਂ ਲੱਗਦਾ ਗੱਲਬਾਤ ਅਫਸਰ ਆ ਜਾਂਦੇ ਆ, ਟੈਕਨੋਕਰੇਟ ਆ ਜਾਂਦੇ ਆ, ਬਿਊਰੋਕਰੇਟ ਆ ਜਾਂਦੇ ਆ, ਪੋਲੀਟੀਕਲ ਲੀਡਰ ਆ ਜਾਂਦੇ ਆ, ਜਾਂ ਮੁੱਖ ਮੰਤਰੀ ਵੀ ਵਿੱਚ ਬਹਿ ਜਾਂਦਾ, ਕੋਈ ਫਰਕ ਨਹੀਂ ਪੈਂਦਾ, ਉਹਦੇ ਨਾਲ ਕੋਈ ਗੱਲ ਨਹੀਂ ਬਣਦੀ। ਇਹਨਾਂ ਨੂੰ ਇੱਕ ਆਪਣਾ ਏਜੰਡਾ ਬਣਾ ਕੇ ਉਹਨੂੰ ਸਰਕੂਲੇਟ ਕਰਕੇ, ਔਰ ਜਿਹੜੀਆਂ ਜਥੇਬੰਦੀਆਂ ਹੈਗੀਆਂ ਉਹਨਾਂ ਦੇ ਵਿੱਚ ਕੰਸੈਂਸਸ, ਕਿਉਂਕਿ ਜਥੇਬੰਦੀਆਂ ਕੋਲ ਬਹੁਤ ਸਿਆਣੇ ਬੰਦੇ ਆ। ਜਥੇਬੰਦੀਆਂ ਦਾ ਇੱਕ ਪਹਿਲੀ ਗੱਲ ਤਾਂ ਹੈਗਾ ਕਿ ਕਿਸਾਨ ਜਿਹੜੇ ਹੈਗੇ, ਜਿਹੜੇ ਇਹਨਾਂ ਸਟਰਗਲ ਕਰਦੇ, ਉਹ ਖੁਦ ਹੀ ਸਿਆਣੇ ਆ, ਉਹਨਾਂ ਨੂੰ ਪਤਾ ਵੀ ਕਿਸ ਤਰੀਕੇ ਨਾਲ ਪਾਣੀ ਦਾ ਮੈਨੇਜਮੈਂਟ ਕੀਤਾ ਜਾ ਸਕਦਾ, ਬਚਾਇਆ ਜਾ ਸਕਦਾ, ਜਾਂ ਕਿਹੜੇ ਕਿਹੜੇ ਵੇ ਆਊਟ ਹੈਗੇ ਆ। ਉਹ ਏਜੰਡਾ ਲੈ ਕੇ ਸਰਕਾਰ ਨੂੰ ਦੇਣ, ਔਰ ਸਰਕਾਰ ਨੂੰ ਜੋ ਸਮਾਂ ਦੇਣਾ ਵਾ ਫਿਰ ਦੇਣ, ਉਹਦੇ ਉੱਤੇ ਡਿਸਕਸ਼ਨ ਹੋਵੇ। ਔਰ ਉਹ ਡਿਸਕਸ਼ਨ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ, ਸਾਰੇ ਪੰਜਾਬ 'ਚ ਕੀਤੀ ਜਾਵੇ, ਯੂਨੀਵਰਸਿਟੀਆਂ ਦੇ ਵਿੱਚ ਕੀਤੀ ਜਾਵੇ, ਜਾਂ ਆਪ ਸਥਾਨਾਂ ਦੇ ਵਿੱਚ ਕੀਤੀ ਜਾਵੇ। ਉਸ ਤਰੀਕੇ ਦੇ ਨਾਲ ਅਸੀਂ ਕੋਈ ਨਾ ਕੋਈ ਜਿਹੜਾ ਇੱਕ ਆਲਟਰਨੇਟਿਵ ਹੈਗਾ, ਜਿਹੜਾ ਪੰਜਾਬ ਕ੍ਰਾਈਸਿਸ, ਪਾਣੀ ਦੇ ਕ੍ਰਾਈਸਿਸ ਦਾ ਵਾ, ਉਹਦਾ ਕੋਈ ਨਾ ਕੋਈ ਹੱਲ ਲੱਭ ਸਕਦੇ ਆ। ਵੈਸੇ ਮੇਰਾ ਆਖਰੀ ਸਵਾਲ ਹੈ ਕਿ ਜਿਸ ਤਰੀਕੇ ਦੇ ਸੰਗਰੂਰ ਦੇ ਨਤੀਜੇ ਨੇ, ਉਹ ਹਾਲੇ ਤੱਕ ਮੈਨੂੰ ਲੱਗਦਾ ਸਰਕਾਰ ਵੀ ਨਹੀਂ ਭੁੱਲੀ ਹੋਣੀ ਤੇ ਲੋਕ ਵੀ ਨਹੀਂ ਭੁੱਲੇ ਹੋਣੇ, ਕਿ ਜਿਸ ਤਰੀਕੇ ਨਾਲ ਉੱਥੋਂ ਨੇ ਸਿਮਰਨਜੀਤ ਸਿੰਘ ਮਾਨ ਨੂੰ ਲੋਕਾਂ ਨੇ ਚੁਣਿਆ ਆ, ਹੁਣ ਵੀ ਜਿਹੜਾ ਉਹਦੇ ਅਸਰ ਜਿਹੜੇ ਨੇ, ਕੀ ਇਹ ਲੰਮੇ ਸਮੇਂ ਤੱਕ ਰਹਿਣਗੇ ਪੰਜਾਬ ਦੀ ਸਿਆਸਤ ਦੇ ਉੱਤੇ? ਪਹਿਲੀ ਗੱਲ ਤਾਂ ਕਿ ਨਹੀਂ, ਮੈਂ ਜਿਹੜਾ ਪਹਿਲਾ ਸਵਾਲ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਲੰਮੇ ਸਮੇਂ ਤੱਕ ਰਹਿਣਗੇ। ਜੇ ਤੁਸੀਂ ਸਾਰਾ ਪੈਟਰਨ ਦੇਖੋ ਇਲੈਕਸ਼ਨਸ ਦਾ, ਉਹ ਇਲੈਕਸ਼ਨ ਦੇ ਵਿੱਚ ਲੋਕਾਂ ਨੇ ਬਹੁਤ ਸਿਆਣਪ ਨਾਲ ਕੰਮ ਕੀਤਾ। ਸਿਆਣਪ ਦਾ ਕੰਮ ਇੱਦਾਂ ਕੀਤਾ ਕਿ ਰਵਾਇਤੀ ਪਾਰਟੀਆਂ ਨੂੰ ਬਿਲਕੁਲ ਗੁੱਠੇ ਲਾਤਾ, ਅਕਾਲੀਆਂ ਦੇ ਮੁੱਦੇ ਨੂੰ ਆਊਟਰਾਈਟਲੀ ਰਿਜੈਕਟ ਕਰ ਦਿੱਤਾ। ਆਪਾਂ ਉੱਥੋਂ ਸ਼ੁਰੂ ਕਰੀ ਜਿਹੜੇ 5ਵੇਂ 6ਵੇਂ ਨੰਬਰ ਦੇ ਉੱਤੇ ਹੈਗਾ। ਫਿਰ ਆਉਂਦੀ ਬੀਜੇਪੀ ਨੇ ਸਾਰੀ ਗੋਲਬੰਦੀ ਕੀਤੀ, ਬਹੁਤ ਵੱਡੇ ਵੱਡੇ ਧਨਾੜ ਬੰਦੇ ਲਿਆਂਦੇ, ਡਿਫੈਕਸ਼ਨ ਕਰਾਈ, ਹਿੰਦੂ ਸਿੱਖ ਦਾ ਵੀ ਇਸ਼ੂ ਬਣਾਇਆ ਉਹਦੇ ਵਿੱਚੋਂ, ਫਿਰ ਵੀ ਉਹ ਜਿਹੜੀ ਚੌਥੇ ਨੰਬਰ ਤੇ ਰਹਿ ਗਈ। ਕਾਂਗਰਸ ਜਿਹੜੀ ਹਾਰੀ ਹੋਈ ਲੜਾਈ ਲੜ ਰਹੀ ਸੀਗੀ, ਔਰ ਕਿਉਂਕਿ ਬਹੁਤ ਵੱਡੇ ਲੋਕ ਜਿਹੜੇ ਕਾਂਗਰਸ ਦੇ ਸੀਗੇ ਉਹਨਾਂ ਕੋਲ ਡਿਫੈਕਟ ਕਰ ਗਏ ਸੀ। ਇਹੀ ਜਿਹੜਾ ਕੇਵਲ ਸਿੰਘ ਢਿੱਲੋਂ ਸੀ, ਕਾਂਗਰਸ ਦਾ ਕੈਂਡੀਡੇਟ ਸੀਗਾ, 3,45,000 ਵੋਟ ਮਿਲੀ ਸੀਗੀ, ਉਹ ਉਸ ਪਾਸੇ ਵੱਲ ਚਲਾ ਗਿਆ। ਹੋਰ ਇਸੇ ਤਰੀਕੇ ਦੇ ਨਾਲ ਹੋਰ ਬੰਦੇ ਉੱਥੋਂ ਸਾਰੇ ਉਸ ਪਾਸੇ ਵੱਲ ਚਲੇ ਗਏ, ਔਰ ਕਾਂਗਰਸ ਦੇ ਬਹੁਤੇ ਹਲਕਿਆਂ ਦੇ ਵਿੱਚੋਂ ਜਿਹੜੇ ਸੀਗੇ ਲੋਕ ਸੀ ਉਹ ਡਿਸਪੀਅਰ ਹੋ ਗਏ ਸੀਗੇ। ਅਗਲੀ ਗੱਲ ਰਹੀ ਆਮ ਆਦਮੀ ਪਾਰਟੀ ਨੂੰ। ਆਮ ਆਦਮੀ ਪਾਰਟੀ ਨੂੰ ਜਿਹੜਾ ਸੀਗਾ ਕਿ ਲੱਗਦਾ ਹੋਊਗਾ, ਤੇ ਸਾਨੂੰ ਵੀ ਲੱਗਦਾ ਸੀ ਵੀ 9 ਬੰਦੇ ਜਿੱਤੇ ਆ, ਕੁਛ ਨਾ ਕੁਛ ਤੇ ਅਸਰ ਹੋਊਗਾ। ਲੋਕਾਂ ਨੇ ਰਵਾਇਤੀ ਪਾਰਟੀਆਂ ਨੂੰ ਰਿਜੈਕਟ ਕੀਤਾ, ਲੋਕਾਂ ਨੇ ਰੂਲਿੰਗ ਪਾਰਟੀ ਨੂੰ ਰਿਜੈਕਟ ਕੀਤਾ, ਲੋਕਾਂ ਨੇ ਉਸ ਬੰਦੇ ਨੂੰ ਸਪੋਰਟ ਦਿੱਤੀ ਜਿਹੜਾ ਬੰਦੇ ਨੂੰ ਕਈ ਵਾਰੀ ਰਿਜੈਕਟ ਕਰ ਚੁੱਕੇ ਆ, ਕਈ ਵਾਰੀ ਜ਼ਮਾਨਤਾਂ ਜ਼ਬਤ ਕਰਾ ਚੁੱਕੇ ਆ। ਇਹਦਾ ਮਤਲਬ ਕੀ ਹੈਗਾ? ਮਤਲਬ ਬਹੁਤ ਸਾਫ਼ ਹੈ, ਤੁਸੀਂ ਲੋਕਾਂ ਨੂੰ ਟੇਕਨ ਫਾਰ ਗ੍ਰਾਂਟਡ ਨਹੀਂ ਲੈ ਸਕਦੇ। ਲੋਕੀ ਕੋਈ ਵੀ ਭਾਣਾ ਵਰਤਾ ਸਕਦੇ ਆ ਚੋਣਾਂ ਦੇ ਵਿੱਚ। ਸਭ ਨੂੰ ਪਤਾ ਕਿ 1.5 ਸਾਲ ਰਹਿ ਗਿਆ, ਸਭ ਨੂੰ ਪਤਾ ਕਿ ਸਿਮਰਜੀਤ ਸਿੰਘ ਮਾਨ ਨਾਲ ਉੱਥੇ ਜਾ ਕੇ ਬਹੁਤ ਵੱਡਾ ਕੋਈ ਉੱਥੇ ਜਿਹੜਾ ਹੈਗਾ, ਕਹਿ ਦਈਏ ਕਿ ਸੰਗਰੂਰ ਵਾਸਤੇ ਜਾਂ ਹੋਰਨਾਂ ਵਾਸਤੇ ਕੀ ਇਕੱਲੇ ਬੰਦਾ ਕਰ ਲੂਗਾ। ਤੇ ਲੋਕਾਂ ਦਾ ਤੇ ਏਜੰਡਾ ਬਹੁਤ ਕਲੀਅਰ ਹੈ। ਇਸ ਸਰਕਾਰ ਲਈ ਵਾਰਨਿੰਗ ਹੈ। ਜਿਹੜਾ ਸਾਨੂੰ ਪਤਾ ਲੱਗਾ ਹੋਇਆ ਕਿ ਜਿਹੜੇ ਇਹਨਾਂ ਦੇ MLA ਸਾਹਿਬ ਸੀਗੇ, ਜਿਹੜੇ ਇਹਨਾਂ ਦੇ ਵਰਕਰ ਸੀ, ਇਸ ਪਾਰਟੀ ਦਾ, ਮੈਂ ਬਾਰ-ਬਾਰ ਕਹਿਣਾ ਵਾਂ, ਇਸ ਪਾਰਟੀ ਦਾ ਕੋਈ ਪੱਕਾ ਆਧਾਰ ਨਹੀਂ ਹੈ। ਇਹ ਵਾਹਦ ਉਹ ਪਾਰਟੀ ਆ ਕਿ ਜਿਹਦੇ ਕੋਲ ਆਪਣਾ ਪਰਮਾਨੈਂਟ ਬੇਸ ਨਹੀਂ ਹੈ। ਇਹਨਾਂ ਕੋਲ ਫਲੋਟਿੰਗ ਬੇਸ ਹੈ ਜ਼ਿਆਦਾਤਰ, ਔਰ ਉਹ ਫਲੋਟਿੰਗ ਬੇਸ ਜਿਹੜੀ ਆ ਉਹ ਹਵਾ ਦੇ ਨਾਲ ਚੱਲਦੀ ਆ।
ਪਿਛਲੀਆਂ ਚੋਣਾਂ 'ਚ 1/3 ਇਹਨਾਂ ਨੇ ਜਿਹੜੀ 22 ਦੇ ਵਿੱਚ ਲਈਆਂ ਸੀਗੀਆਂ ਅਕਾਲੀਆਂ ਤੋਂ, 1/3 ਦੀ ਕਾਂਗਰਸ ਵਾਲੇ ਪਾਸੇ ਵੋਟ ਆਈ ਸੀ। 2019 ਦੇ ਵਿੱਚ ਇਹਨਾਂ ਦੀ ਵੋਟ ਜਿਹੜੀ ਹੈਗੀ ਸੀ ਬਹੁਤ ਜ਼ਿਆਦਾ, ਕਿਤੇ 2-2.5 ਲੱਖ ਦਾ 11% ਵੋਟ ਉਦੋਂ ਘਟ ਗਈ ਸੀ, ਵੋਟ ਦਾ ਸ਼ੇਅਰ ਘਟਿਆ ਸੀਗਾ। ਇਹਨਾਂ ਨੂੰ ਵਾਰਨਿੰਗ ਦਿੱਤੀ ਆ ਵੀ ਡੋਂਟ ਟੇਕ ਅਸ ਗ੍ਰਾਂਟਡ। ਇਹਨਾਂ ਦਾ ਜਿਹੜਾ ਖਾਸ ਕਰਕੇ MLA ਦਾ ਜਾਂ ਜਿਹੜੇ ਹੋਰ ਇਹਨਾਂ ਦੇ ਮੰਤਰੀ ਆ, ਉਹ ਉਹਨਾਂ ਨੂੰ ਲੱਗਾ ਵੀ ਅਸੀਂ ਤਾਂ ਲਾਰਜਰ ਦੈਨ ਸਾਈਜ਼ ਆ, ਜਿਹੜੇ ਬੰਦੇ ਇਹਨਾਂ ਲਈ ਦਿਨ ਰਾਤ ਵਿਚਾਰੇ ਭੁੱਖੇ ਤੇ ਆਏ, ਲੋਕਾਂ ਨਾਲ ਤੂੰ ਮੈਂ ਕਰਦੇ ਤੁਰੇ ਰਹੇ, ਇਹਨਾਂ ਦੇ ਵੋਟਾਂ ਦਾ ਬੰਦੋਬਸਤ ਕੀਤਾ, ਉਹਨਾਂ ਨੂੰ ਇਹਨਾਂ ਨੇ ਵਿਸਾਰਿਆ ਹੈ। ਇਹ ਗੱਲ ਸਾਨੂੰ ਸੰਗਰੂਰ ਦੇ ਵਿੱਚ ਬਹੁਤ ਸਾਰੇ ਹਲਕਿਆਂ ਤੋਂ ਜਿਹੜੀ ਹੈਗੀ ਆ ਸੁਣਨ ਨੂੰ ਮਿਲੀ ਹੈ। ਇਹ ਡੀ ਲਿੰਕ ਹੋ ਗਏ ਉਹਨਾਂ ਨਾਲੋਂ, ਲਾਰਜਰ ਦੈਨ ਸਾਈਜ਼ ਬਣ ਗਏ। ਇਸ ਭੁਲੇਖੇ ਤੇ ਰਹਿ ਕਿ ਸਾਡੇ ਇੱਥੋਂ ਮੁੱਖ ਮੰਤਰੀ ਇੱਥੋਂ ਦੇ ਹੈਗੇ ਆ, 2 ਮੰਤਰੀ ਇੱਥੋਂ ਦੇ ਹੋ ਗਿਆ, ਲੋਕੀ ਸਾਨੂੰ ਵੋਟ ਤਾਂ ਪਾਉਣਗੇ ਵੀ ਹਲਕੇ ਦਾ ਵਿਕਾਸ ਹੀ ਤਾਂ ਹੋਊਗਾ। ਇਹ ਗੱਲ ਹੁਣ, ਇਹ ਮਾਡਲ ਬਹੁਤ ਪੁਰਾਣਾ ਹੋ ਗਿਆ। ਲੋਕਾਂ ਦੀ ਸੁਖਵਿੰਦਰ ਜੀ ਹੈਗੀ ਇੱਕ ਹੱਥ ਦਿਓ ਤੇ ਦੂਸਰੇ ਹੱਥ ਲਓ। ਇਹਦੇ ਨਾਲ ਹੋਰ ਕਾਰਨ ਵੀ ਹੈਗੇ ਆ, ਇਹ ਮੰਨਣ ਨਾ ਮੰਨਣ। ਉਹਦੇ ਵਿੱਚੋਂ ਜਿਹੜੇ ਇਹਨਾਂ ਨੇ 7 ਬੰਦੇ ਖਾਸ ਕਰਕੇ ਜਿਹੜੇ ਪਾਰਲੀਮੈਂਟ 'ਚ ਭੇਜੇ, ਜਿਨ੍ਹਾਂ 'ਚੋਂ ਇੱਕ ਲਵਲੀ ਜਿਹੜਾ ਆਪਣਾ ਪ੍ਰਾਈਵੇਟ ਯੂਨੀਵਰਸਿਟੀ ਦਾ ਜਿਹੜਾ ਬੰਦਾ ਚਾਂਸਲਰ ਹੈਗਾ, ਜਾਂ ਹੋਰ ਜਿਹੜੇ ਬੰਦੇ ਆ, ਉਹ ਕਿਹੜੇ ਆਮ ਬੰਦਿਆਂ ਨੂੰ ਰਿਪਰੈਜ਼ੈਂਟ ਕਰਦੇ ਆ, ਜਾਂ ਜਿਹੜੇ ਸੰਗੀਤ ਵਾਲੇ ਆ ਉਹਨਾਂ ਦਾ ਕੀ ਸੰਬੰਧ ਆ ਲੋਕਾਂ ਦੀਆਂ ਸਮੱਸਿਆਵਾਂ ਦਾ, ਜਾਂ ਜਿਸ ਕਿਸਮ ਦੀ ਕਹਿੰਦੇ ਜੀ ਇਹ ਸਪੋਰਟਸ ਦਾ ਕੀ ਮਤਲਬ ਕੋਈ ਨਹੀਂ ਹੈ। ਅਜੇ ਲੋਕਾਂ ਨੇ ਇਹਨਾਂ ਨੂੰ ਛੋਟਾ ਝਟਕਾ ਦਿੱਤਾ। ਲੋਕਾਂ ਨੇ ਜਿਹੜਾ ਹੈਗਾ ਸੀ ਆਣ ਕੇ ਇਹਨਾਂ ਦਾ ਜਿਹੜਾ ਕੇਡਰ ਸੀ ਸਾਰਾ ਢਿੱਲਾ ਹੋ ਕੇ ਬਹਿ ਗਿਆ, ਕੋਈ ਫਾਇਦਾ ਨਹੀਂ, ਛੱਡੋ ਪਰ। ਬਾਈ ਡਿਫਾਲਟ ਜਿਹਨਾਂ ਲੋਕਾਂ ਨੇ ਇਹਨਾਂ ਨੂੰ ਵੋਟ ਪਾਈ ਸੀ, ਉਹਨਾਂ ਨੇ ਕਿਹਾ ਨਹੀਂ ਠੀਕ ਹੋ, ਉਹਨਾਂ ਨੂੰ ਤਾਂ ਪਾਉਣੀ ਨਹੀਂ ਪਾਉਣੀ, ਇਹਨੂੰ ਪਾ ਦਿਓ, ਤੁਸੀਂ ਬਜ਼ੁਰਗ ਨੂੰ ਪਾ ਦਿਓ ਵੋਟ, ਵੇਖੀ ਜਾਓ। ਘੱਟੋ ਘੱਟ ਦਿੱਲੀ ਦਰਬਾਰ ਦੇ ਅਗੇਂਸਟ ਖਲੋਣ ਦੀ ਗੱਲ ਕਰਦਾ। ਤੁਸੀਂ ਦੇਖੋ ਆ ਖਾਸ ਕਰਕੇ ਮਲੇਰਕੋਟਲੇ ਦੇ ਵਿੱਚ, ਮੰਡੀ ਅਹਿਮਦਗੜ੍ਹ ਦੇ ਵਿੱਚ ਕਿੰਨੀ ਤਕੜੀ, ਇਕੱਲਾ ਮਲੇਰਕੋਟਲਾ ਹੀ ਜਿਤਾ ਗਿਆ ਉਹਨੂੰ। ਉੱਥੇ 8-9-10 ਹਜ਼ਾਰ ਦਾ ਵੇਖੇ ਏਰੀਆ ਦੇ ਵਿੱਚ ਮਾਰਜਨ ਸੀਗਾ, 5000 ਵੋਟ ਤੇ 5.5 ਵੋਟ ਤੇ ਜਿੱਤਿਆ ਉਹਦੇ ਵਿੱਚੋਂ। ਸੋ ਕਹਿਣ ਤੋਂ ਭਾਵ ਹੈਗਾ ਇਹ ਵਾਰਨਿੰਗ ਹੈਗੀ, ਜੇ ਸਿੱਖਣਗੇ ਤਾਂ ਬਹੁਤ ਵਧੀਆ ਹੈ। ਔਰ ਦੂਸਰੀ ਗੱਲ ਹੈਗੀ ਕਿ ਜਿਹੜੀ 24 ਦੀ ਇਲੈਕਸ਼ਨ ਹੈਗੀ ਆ, ਉਹਦੇ ਵਿੱਚ ਇਹਨਾਂ ਨੂੰ ਹੋਰ ਸਟ੍ਰੈਟਜੀ ਬਣਾਉਣੀ ਪਊਗੀ। ਇਹਨਾਂ ਕੋਲ ਕੇਡਰ ਨਹੀਂ, ਪਾਰਟੀ ਵਾਲੇ ਪਾਸੇ ਨਹੀਂ ਹੈ। ਭਗਵੰਤ ਮਾਨ ਪ੍ਰਧਾਨ ਸੀਗਾ, ਉਹੀ ਪ੍ਰਧਾਨ ਆ, ਬਾਕੀ ਵਿਚਾਰੇ ਘਰ ਬਹਿ ਗਏ, ਉੱਥੇ ਜ਼ਿਲ੍ਹਾ ਪ੍ਰਧਾਨ ਲਾਏ ਆ। ਇਹ ਸਟੇਟ ਫੁੱਲ ਫਲੈਸ਼ ਸਟੇਟ ਹੈ, ਦਿੱਲੀ ਸਟੇਟ ਨਹੀਂ ਹੈ ਜਿੱਥੇ ਮਹੱਲਿਆਂ ਦੇ ਵਿੱਚ ਤੁਸੀਂ ਜਿਹਨੂੰ ਮਰਜ਼ੀ ਚੌਧਰੀ ਬਣਾ ਦਿਓ, ਕੰਮ ਚੱਲੀ ਜਾਊਗਾ। ਇਹ ਪੋਲੀਟੀਕਲ ਸਟੇਟ ਆ। ਇੱਥੇ ਕਿਸਾਨ ਬਹੁਤ ਐਕਟਿਵ ਹੈ, ਇੱਥੇ ਵਿਦਿਆਰਥੀ ਬਹੁਤ ਐਕਟਿਵ ਹੈਗੇ ਆ, ਇੱਥੇ ਜਿਹੜੀਆਂ ਆਮ ਲੋਕ ਜਿਹੜੀ ਹੈਗੀ ਆ, ਮਜ਼ਦੂਰ ਜਮਾਤ ਬਹੁਤ ਐਕਟਿਵ ਹੈਗੀ ਆ। ਇੱਥੇ ਉੱਦਾਂ ਕੰਮ ਨਹੀਂ ਚੱਲਣਾ ਜਿਹੜਾ ਦਿੱਲੀ ਵਾਲਾ ਮਾਡਲ ਆ। ਔਰ ਇੱਥੇ ਮੇਰਾ ਖਿਆਲ ਹੈ ਕਿ ਤੁਸੀਂ ਦੇਖਿਆ ਹੋਣਾ ਇਲੈਕਸ਼ਨ ਦੇ ਵਿੱਚ ਕਿ ਇੱਥੇ ਹੁਣ ਕੇਜਰੀਵਾਲ ਸਾਹਿਬ ਉੱਦਾਂ ਐਕਸਪੈਕਟ ਕਰਕੇ ਨਾ ਹੁਣ ਕਿ ਜਿੱਦਾਂ ਪਹਿਲਾਂ ਲੋਕੀ ਉਹਨਾਂ ਦੇ ਉੱਤੇ ਫੁੱਲ ਵਰਸਾਉਂਦੇ ਸੀਗੇ, ਇਹ ਭੁੱਲ ਜਾਣ ਉਸ ਗੱਲ ਨੂੰ। ਇੱਥੇ ਲੋਕੀ ਬਹੁਤ ਉਸ ਮਾਮਲੇ ਦੇ ਵਿੱਚ ਆ। ਇਹ ਵੀ ਪਤਾ ਲੱਗਾ ਇਲੈਕਸ਼ਨ ਦੇ ਵਿੱਚ ਲੋਕਾਂ ਦੀ ਉਹ ਥੋੜਾ ਬਹੁਤਾ ਨਫ਼ਰਤ ਦੇ ਪਾਤਰ ਬਣੇ ਆ, ਔਰ ਹੋ ਸਕਦਾ ਅਗਲੀ ਵਾਰ ਨੂੰ ਉਹ ਬਹੁਤ ਵੱਡੇ ਜਿਹੜੇ ਹੈਗੇ ਆ ਹੋਰ ਜ਼ਿਆਦਾ ਨਫ਼ਰਤ ਦੇ ਪਾਤਰ ਬਣ ਜਾਣ। ਤੋ ਇਸ ਕਰਕੇ ਕਾਰਨ ਇੱਕ ਬਹੁਤ ਔਖਾ ਕੰਮ ਨਹੀਂ ਹੈ, ਲੋਕੀ ਬਹੁਤ ਅਟੋਨਮਸ ਹੈ। ਮੈਂ ਬਾਰ-ਬਾਰ ਕਹੀ ਜਾਂਦਾ ਵਾਂ, ਵੋਟ ਪਾਉਣੀ ਲੋਕਾਂ ਦੀ ਹੁਣ ਸਮਝ ਆ ਗਈ ਵੀ ਵੋਟ ਕਿੱਦਾਂ ਪਾਉਣੀ ਆ, ਕਿਹਨੂੰ ਸਬਕ ਸਿਖਾਉਣਾ ਵਾ, ਕਿਹਨੂੰ ਤਾਕਤ ਦੇਣੀ ਆ, ਕਿਹਨੂੰ ਘਰ ਬਿਠਾਉਣਾ ਵਾ। ਇਹਦਾ ਇੱਕੋ ਹੀ ਤਰੀਕਾ ਹੈਗਾ ਕਿ ਠੀਕ ਹੈ ਕੰਮ ਠੀਕ ਕਰੀ ਜਾਂਦੇ ਆ, ਇੱਕ ਤੇ ਆਪਣੇ ਆਪ ਨੂੰ ਬਹੁਤ ਜ਼ਿਆਦਾ ਇਮਾਨਦਾਰੀ ਦਾ ਸਰਟੀਫਿਕੇਟ ਨਾ ਦੇਣ। ਦੂਸਰੀ ਗੱਲ ਹੈਗੀ ਵੀ ਜਿਹੜੇ ਕੰਮ ਕਰੀ ਜਾਂਦੇ ਉਹ ਕਰੀ ਜਾਣ। ਜੇ ਇਹ ਆਪਣੇ ਕੰਮ ਕਰੀ ਜਾਣਗੇ ਬਿਨਾਂ ਰਾਮ ਰੌਲੇ ਦੇ ਉੱਤੋਂ, ਬਿਨਾਂ ਮਾਡਲ ਕਿਸੇ ਲਿਆਏ ਤੋਂ, ਲੋਕੀ ਇਹਨਾਂ ਦੀ ਸਪੋਰਟ ਕਰਨਗੇ। ਮੈਂ ਇਹ ਤਾਂ ਕਹਿੰਦਾ ਵੀ 24 ਦਾ ਤਾਂ ਕੁਛ ਨਹੀਂ ਹੋਊਗਾ, ਪਰ ਜਿਹੜੀਆਂ 27 ਵਾਲੀਆਂ ਵਾ ਜੇ ਠੀਕ ਠਾਕ ਚੱਲਦਾ ਰਿਹਾ, ਲੋਕਾਂ ਨੂੰ ਪਤਾ ਹੁੰਦਾ ਕੀ ਆ। ਤੁਸੀਂ ਦੇਖੋ ਨਾ ਦਿੱਲੀ ਦੇ ਵਿੱਚ ਵੀ ਕੇਜਰੀਵਾਲ ਨੂੰ ਲੋਕੀ ਵੋਟਾਂ ਪਾ ਦਿੰਦੇ ਆ, ਪਾਰਲੀਮੈਂਟ ਸਾਰਾ ਉੱਤੇ ਦੂਸਰੇ ਨੂੰ ਭੇਜ ਦਿੰਦੇ ਆ। ਹੈ ਇਸੇ ਤਰੀਕੇ ਨਾਲ ਹੋਰਨਾਂ ਸਟੇਟਾਂ 'ਚ ਹੋਗਾ। ਰਾਜਸਥਾਨ ਦੇ ਵਿੱਚ ਕਾਂਗਰਸ ਦੀ ਸਰਕਾਰ ਆਈ ਸੀਗੀ, ਇਹ ਮੇਰੇ ਖਿਆਲ 18 ਦੇ ਵਿੱਚ, 19 ਦੇ ਵਿੱਚ 25 ਦੀਆਂ 25 ਸੀਟਾਂ ਜਿਹੜੀਆਂ ਸੀਗੀਆਂ ਉਹ ਬੀਜੇਪੀ ਲੱਗੀ ਸੀਗੀਆਂ। ਕੁਆਇਟ ਲਾਈਕਲੀ ਕਿ ਇੱਥੇ ਆਮ ਆਦਮੀ ਪਾਰਟੀ ਨੂੰ ਲੋਕ ਸਭਾ 'ਚ ਕੋਈ ਸੀਟਾਂ ਜਿੱਤਣ ਵਾਸਤੇ ਕਾਫੀ ਮੁਸ਼ਕਲ ਕਰਨੀ ਪਵੇ, ਤੇ ਰਾਜ ਵਾਸਤੇ ਬਹੁਤ ਲੋਕਾਂ ਲਈ ਇੰਪੋਰਟੈਂਟ ਹੋ ਜਾਣ ਵੀ ਯਾਰ ਇਹ ਚੰਗੇ ਕੰਮ ਕਰਦੇ ਆ, ਇਹ ਦੂਸਰਿਆਂ ਨਾਲੋਂ ਚੰਗੇ ਆ। ਤਾਂ ਮੇਰੇ ਖਿਆਲ ਇਹ ਇੱਕ ਇੰਡੀਕੇਸ਼ਨ ਹੈਗੀ ਆ ਇਸ ਬਾਈ ਇਲੈਕਸ਼ਨ ਦੀ। ਇਹਦੇ ਨਾਲ ਕੋਈ ਇਹਨਾਂ ਨੂੰ ਸੈਟਬੈਕ ਤੌਰ ਤੇ ਨਹੀਂ ਲੈਣਾ ਚਾਹੀਦਾ, ਕੰਮ ਕਰਦੇ ਰਹਿਣਾ ਚਾਹੀਦਾ। ਹਾਂ ਇਹ ਜ਼ਰੂਰ ਹੈਗਾ ਕਿ ਇਹਨਾਂ ਦਾ ਹੰਕਾਰ ਥੋੜਾ ਘਟ ਜਾਊਗਾ ਇਹਦੇ ਨਾਲ। ਜਿਹੜਾ ਲਾਰਜਰ ਦੈਨ ਸਾਈਜ਼ ਜਿਹੜੇ ਅਗਲੇ 2 ਸਾਲ ਵਾ 24 ਤੱਕ ਜਿਹੜੇ ਆ, ਇਹ ਥੋੜਾ ਜਿਹਾ ਆਪਣੇ ਤਰੀਕੇ ਦੇ ਨਾਲ ਨਾਰਮਲ ਹੋ ਕੇ ਚੱਲਣਗੇ। ਲੋਕੀ ਵੀ ਇਹੀ ਚਾਹੁੰਦੇ ਆ, ਲੋਕੀ ਬੈਲੈਂਸ ਬਣਾਉਣਾ ਚਾਹੁੰਦੇ ਆ। ਕੱਲ ਨੂੰ ਇਹ ਨਹੀਂ ਪਤਾ ਕਿ ਜੇ ਲੋਕਾਂ ਨੂੰ ਇਹ ਪਤਾ ਲੱਗ ਜਾਵੇ ਕੋਈ ਹੋਰ ਪਾਰਟੀ ਹੈਗੀ ਆ ਕਿ ਜਿਹਦੇ ਵਿੱਚ ਮੈਂ ਬੀਜੇਪੀ ਦੀ ਨਹੀਂ ਗੱਲ ਕਰਦਾ, ਕੱਲ ਨੂੰ ਅਕਾਲੀ ਹੈਗੇ ਆ, ਉਹ 'ਚ ਕੋਈ ਚੇਂਜ ਆ ਜਾਂਦੀ ਆ, ਕੋਈ ਟਰਾਂਸਫਰਮੇਸ਼ਨ ਆ ਜਾਂਦੀ ਜਿਹੜੀ ਆਸ ਨਹੀਂ ਹੈਗੀ, ਤੇ ਲੋਕੀ ਉਸ ਪਾਸੇ ਵਾਲੀ ਮੁੜ ਸਕਦੇ ਆ। ਕਿਉਂਕਿ ਕਮਿਟਡ ਵੋਟ ਜਿਹੜੀ ਹੈਗੀ ਆ ਉਹ ਹੈ, ਇਟ ਹੈਜ਼ ਕਮ ਡਾਊਨ। ਫਲੋਟਿੰਗ ਵੋਟ ਦਾ ਨੰਬਰ ਬਹੁਤ ਵੱਧ ਗਿਆ ਹੈ। ਜਿਹੜਾ ਉਹਨਾਂ ਨੂੰ ਉਸ ਹਾਲਾਤਾਂ ਦੇ ਵਿੱਚ ਚੰਗਾ ਲੱਗਦਾ ਵਾ, ਉਸ ਪਾਰਟੀ ਨੂੰ, ਉਸ ਵਿਅਕਤੀ ਨੂੰ ਵੋਟ ਪਾ ਦਿੰਦੇ ਆ। ਔਰ ਇਹੀ ਕੰਮ ਜਿਹੜਾ ਹੈਗਾ ਸੰਗਰੂਰ ਦੇ ਵਿੱਚ ਹੋਇਆ। ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ।